हाँ जी, बहुत ही प्यारे बच्चों। ਅੱਜ ਆਪਾਂ ਸਾਹਿਤ ਦਾ ਜੋ ਰੂਪ ਹੈ ਨਾ ਨਾਟਕ, ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਠੀਕ ਹੈ ਨਾ, ਨਾਟਕ ਕੀ ਹੁੰਦਾ ਹੈ ਤੇ ਨਾਟਕ ਦੇ ਕਿਹੜੇ-ਕਿਹੜੇ ਰੂਪ ਨੇ, ਸਾਰਾ ਕੁਝ ਬਹੁਤ ਹੀ ਵਿਸਥਾਰਪੂਰਵਕ ਆਪਾਂ ਤੁਹਾਨੂੰ ਦੱਸਾਂਗੇ। ਠੀਕ ਹੈ ਨਾ, ਇਹਨੂੰ ਬੜੇ ਹੀ ਗੌਰ ਨਾਲ ਸੁਣਨਾ ਹੈ ਬੱਚੋ, ਸਾਰੀ ਜ਼ਿੰਦਗੀ ਤੁਹਾਡੇ ਕੰਮ ਆਏਗਾ। ਤੇ ਐਮਏ ਦੇ ਵਿੱਚ ਔਰ ਜਿੰਨੇ ਵੀ ਟੈਸਟ ਹੁੰਦੇ ਨੇ ਅੱਗੇ ਨੈਟ ਦਾ, ਹੋਰ UGC ਦਾ, ਸਾਰੇ ਕਿਤੇ ਗੱਲਾਂ ਕੰਮ ਆਉਣਗੀਆਂ ਤੁਹਾਡੇ। ਠੀਕ ਹੈ ਨਾ, ਸੋ ਜਿਹੜੇ ਤੁਹਾਡੇ ਪੇਪਰਾਂ ਦੇ ਵਿੱਚੋਂ ਕੁਐਸਚਨ ਬਣਨਗੇ, ਠੀਕ ਹੈ, ਪ੍ਰਸ਼ਨ ਬਣਨਗੇ, ਉਹ ਸਾਰੇ ਇਹਨਾਂ ਹੀ ਸਤਰਾਂ 'ਚੋਂ ਬਣਨਗੇ। ਠੀਕ ਹੈ ਨਾ, ਆਪਾਂ ਕਹਾਂਗੇ ਵੀ ਨਾਟਕ ਸਾਹਿਤ ਕਲਾ ਦਾ ਪ੍ਰਾਚੀਨ ਅਤੇ ਪ੍ਰਭਾਵਸ਼ਾਲੀ ਰੂਪ ਹੈ। ਠੀਕ ਹੈ, ਸਾਹਿਤ ਕਲਾ ਜਿਹੜਾ ਆਪਣਾ ਸਾਹਿਤ ਹੈ ਨਾ, ਉਹਦਾ ਬਹੁਤ ਪ੍ਰਾਚੀਨ ਪੁਰਾਣਾ ਰੂਪ ਹੈ, ਪ੍ਰਭਾਵਸ਼ਾਲੀ ਰੂਪ ਹੈ। ਬੱਚੇ ਸ਼ਬਦਾਂ 'ਤੇ ਨਾ ਜਾਇਆ ਕਰੋ, ਇਹ ਔਖੇ ਲੱਗਦੇ ਹੁੰਦੇ ਨੇ ਨਾ ਆਪਾਂ ਨੂੰ, ਅਤੇ ਆਪਾਂ ਸਜਾਉਣ ਵਾਸਤੇ, ਆਪਣੀਆਂ ਸਤਰਾਂ ਨੂੰ ਸਜਾਉਣ ਵਾਸਤੇ ਆਪਾਂ ਵਰਤ ਲੈਂਦੇ ਹਾਂ, ਅਤੇ ਗੱਲ ਸਿਰਫ ਉਹੀ ਹੁੰਦੀ ਹੈ, ਸਧਾਰਨ ਜੀ। ਠੀਕ ਹੈ ਨਾ, ਗੱਲ ਕਰੋ ਇਹੀ ਹੈ ਵੀ ਨਾਟਕ ਬਹੁਤ ਪੁਰਾਣਾ ਸਾਹਿਤ ਦਾ ਰੂਪ ਆ। ਸਾਹਿਤ ਕੀ ਹੈ? ਜਿਹੜਾ ਆਪਾਂ ਸਾਹਿਤ ਪੜ੍ਹਦੇ ਹਾਂ, ਆਪਣੀਆਂ ਭਾਵਨਾਵਾਂ ਨੇ, ਹੈ ਨਾ। ਨਾਟਕ ਵਾਰਤਾਲਾਪ, ਜਿਹੜੀ ਆਪਾਂ ਡਾਇਲੋਗ ਬੋਲਦੇ ਹਾਂ, ਠੀਕ ਹੈ, ਪਾਤਰਾਂ ਦਾ ਪਹਿਰਾਵਾ, ਹਾਵ ਭਾਵ, ਸ਼ਕਲ ਸੂਰਤ ਅਤੇ ਉਹਨਾਂ ਦੀ ਐਕਟਿੰਗ ਆਦਿ ਰਾਹੀਂ ਵਿਅਕਤੀ ਅਤੇ ਸਮਾਜ ਦੇ ਯਥਾਰਥ ਚਿੱਤਰ ਦਰਸ਼ਕਾਂ ਦੇ ਹੂਬਹੂ ਰੂਬਰੂ ਕਰਦੇ ਨੇ, ਹੂਬਹੂ ਪੇਸ਼ ਕਰਦੇ ਨੇ। ਮਤਲਬ ਮੰਨ ਲਓ ਕੋਈ ਮੁਗਲ ਸਾਮਰਾਜ ਦਾ ਕੋਈ ਨਾਟਕ ਹੈ, ਠੀਕ ਹੈ ਨਾ, ਤਾਂ ਉਹਦੇ ਵਿੱਚ ਜਿਹੜੇ ਵਾਰਤਾਲਾਪ ਹੋਣਗੇ, ਜਿਵੇਂ ਫਿਲਮ ਤੁਸੀਂ ਦੇਖਦੇ ਹੋ ਨਾ, ਫਿਲਮ ਦੇ ਵਿੱਚ ਜਿਹੜੇ ਡਾਇਲੋਗ ਹੁੰਦੇ ਨੇ ਉਹਨੂੰ ਵਾਰਤਾਲਾਪ ਕਿਹਾ ਜਾਂਦਾ ਹੈ। ਅਤੇ ਇੱਕ ਤਰ੍ਹਾਂ ਨਾਟਕ ਤੁਸੀਂ ਫਿਲਮ ਦੇ ਰੂਪ ਦੇ ਵਿੱਚ ਹੀ ਲੈ ਲਓ। ਠੀਕ ਹੈ ਨਾ, ਜਿਵੇਂ ਪਾਤਰ ਨੇ, ਇਹ ਨਹੀਂ ਜੇ ਮੁਗਲ ਸਾਮਰਾਜ ਦਾ ਆਪਾਂ ਕੋਈ ਨਾਟਕ ਖੇਡਣਾ ਹੈ ਤਾਂ ਆਪਾਂ ਕੱਪੜੇ ਨੇ ਜਿਹੜੇ ਉਹਨਾਂ ਦੇ ਹਾਵ ਭਾਵ ਨੇ, ਸ਼ਕਲ ਹੈ, ਬੋਲੀ ਆ, ਆਪਾਂ ਮੁਗਲਾਂ ਵਾਲੀ ਲੈ ਕੇ ਆਵਾਂਗੇ। ਇਹ ਨਹੀਂ ਹੈਗਾ ਵੀ ਖੇਡ ਰਿਹਾ ਨਾਟਕ ਆਪਾਂ ਮੁਗਲਾਂ ਵਾਲਾ ਅਤੇ ਅੰਗਰੇਜ਼ੀ ਬੋਲਦੇ ਹਾਂ ਉੱਥੇ। ਠੀਕ ਹੈ, ਜਾਂ ਇੰਝ ਕਹਿ ਸਕਦੇ ਆ ਵੀ ਅਕਬਰ ਜਿਹੜਾ ਮਹਾਰਾਜ ਹੋਇਆ, ਆਪਣਾ ਸ਼ਹਿਨਸ਼ਾਹ ਹੋਇਆ, ਹੈ ਨਾ, ਤਾਂ ਉਹਦੇ ਆਪਾਂ ਪੈਂਟ ਸ਼ਰਟ ਪਵਾ ਦਈਏ ਤਾਂ ਉੱਦਾਂ ਢੁਕਵਾਂ ਨਹੀਂ ਲੱਗੂਗਾ। ਇਸ ਕਰਕੇ ਸਾਰਾ ਕੁਛ ਆਪਾਂ ਨੂੰ ਪਾਤਰਾਂ ਦਾ, ਦਰਸ਼ਕਾਂ ਦੇ, ਜਿਹੜੇ ਦਰਸ਼ਕ ਕੌਣ ਹੁੰਦੇ ਨੇ, ਜਿਹੜੇ ਦੇਖਦੇ ਨੇ, ਉਹਨਾਂ ਨੂੰ ਰੂਬਰੂ ਕਰਨਾ ਹੁੰਦਾ ਆਪਾਂ ਨੇ। ਠੀਕ ਹੈ ਨਾ, ਨਾਟਕ ਦੇ ਪ੍ਰਭਾਵ ਦੇ ਮਹੱਤਵ ਦਾ ਉਲੇਖ ਕਰਦਿਆਂ ਭਾਰਤ ਦੇ ਵਿਦਵਾਨ ਨੇ ਨਾਟਕ ਨੂੰ ਪੰਜਵਾਂ ਵੇਦ ਕਿਹਾ। ਠੀਕ ਹੈ ਨਾ, ਭਾਰਤ ਦੇ ਜਿੰਨੇ ਵਧੀਆ ਵਿਦਵਾਨਾਂ ਨੇ ਉਹਨਾਂ ਨੂੰ ਕੀ ਕਿਹਾ? ਪੰਜਵਾਂ ਵੇਦ। ਠੀਕ ਹੈ, ਆਪਣੇ ਵੇਦ ਲਿਖੇ ਗਏ ਨਾ, ਜਿਹੜੇ ਵੇਦ ਲਿਖੇ ਗਏ ਨੇ, ਉਹ ਤੋਂ ਇਲਾਵਾ ਇਹਨਾਂ ਨੂੰ ਪੰਜਵਾਂ ਵੇਦ ਕਿਹਾ। ਇਸ ਸੰਬੰਧ ਵਿੱਚ ਪੁਰਾਣਿਕ ਕਥਾ ਵੀ ਪ੍ਰਚਲਿਤ ਹੈ। ਦੇਵਤਿਆਂ ਨੇ ਬ੍ਰਹਮਾ ਜੀ ਪਾਸ ਬੇਨਤੀ ਕੀਤੀ ਕਿ ਉਹ ਅਜਿਹਾ ਪ੍ਰਬੰਧ ਕਰਨ ਜਿੱਥੇ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਇਕੱਠੇ ਬਹਿ ਕੇ ਮਨੋਰੰਜਨ ਅਤੇ ਜੀ ਪਰਚਾਵਾ ਕਰ ਸਕਣ। ਦੇਵਤਿਆਂ ਦੀ ਬੇਨਤੀ ਸੁਣ ਕੇ ਬ੍ਰਹਮਾ ਜੀ ਨੇ ਰਿਗਵੇਦ ਤੋਂ ਬਾਅਦ ਕਥਾ ਕਹਾਣੀ, ਸਾਮਵੇਦ ਤੋਂ ਗੀਤ, ਠੀਕ ਹੈ, ਕੀ ਲਿਆ? ਇਹ ਕੋਈ ਕਹਾਣੀ ਆ ਬੱਚਿਓ, ਮੰਨ ਲਓ ਪੁਰਾਣੀ ਆ। ਠੀਕ ਹੈ, ਵੀ ਸਾਰਿਆਂ ਨੇ ਕਿਹਾ ਵੀ ਤੁਸੀਂ ਸਾਡੇ ਜੀ ਪਰਚਾਵੇ ਸਾਰੇ ਲੋਕ ਕਿੱਦਾਂ ਕਰਨ, ਤਾਂ ਵੇਦ ਨੇ ਜਿਹੜੇ ਆਪਣੇ ਹੋਏ ਨੇ। ਠੀਕ ਹੈ ਨਾ, ਤਾਂ ਰਿਗਵੇਦ ਤੋਂ ਕੀ ਲਿਆ ਉਹਨਾਂ ਨੇ? ਕਥਾ ਕਹਾਣੀ। ਇਹ ਪ੍ਰਸ਼ਨ ਪੁੱਛੇ ਜਾਣਗੇ ਬੱਚੋ, ਇੱਕ ਇੱਕ ਸਤਰ ਨੂੰ ਬੜੀ ਧਿਆਨ ਨਾਲ ਦੇਖਣਾ ਤੁਸੀਂ। ਰਿਗਵੇਦ ਤੋਂ ਕਥਾ ਕਹਾਣੀ, ਸਾਮਵੇਦ ਤੋਂ ਗੀਤ, ਯਜੁਰਵੇਦ ਤੋਂ ਅਭਿਨੇ, ਜਿਹਨੂੰ ਆਪਾਂ ਐਕਟਿੰਗ ਵੀ ਕਹਿ ਦਿੰਦੇ ਹਾਂ, ਅਤੇ ਅਥਰਵਵੇਦ ਤੋਂ ਰਸ ਲੈ ਕੇ ਪੰਜਵੇਂ ਵੇਦ ਦੀ ਸਿਰਜਣਾ ਕੀਤੀ। ਚਾਰ ਵੇਦ ਨੇ ਨਾ ਆਪਣੇ, ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ। ਠੀਕ ਹੈ, ਅਤੇ ਰਿਗਵੇਦ ਤੋਂ ਕੀ ਲਿਆ? ਕਥਾ ਕਹਾਣੀ। ਜੇ ਉਂਝ ਨਹੀਂ ਤੁਹਾਨੂੰ ਯਾਦ ਹੁੰਦਾ ਤਾਂ ਇਹ ਦੇਖ ਲਓ ਵੀ ਇੱਕ ਕੋਈ ਨਾ ਕੋਈ ਕਹਾਣੀ ਤਾਂ ਉਹ, ਤਾਂ ਹੀ ਪਾਤਰ ਪੁੱਤਰ ਬਣਦੇ ਨੇ ਸਾਰੇ। ਠੀਕ ਹੈ ਨਾ, ਤਾਂ ਸਾਮਵੇਦ ਕੀ ਹੁੰਦਾ? ਤਾਂ ਗੀਤ ਵੀ ਉਹਦੇ ਵਿੱਚ ਹੁੰਦੇ ਨੇ। ਅਤੇ ਉਹ ਤੋਂ ਬਾਅਦ ਯਜੁਰਵੇਦ ਆ, ਉਹਦੇ ਵਿੱਚ ਅਭਿਨੇ, ਐਕਟਿੰਗ ਵੀ ਹੋਣੀ ਚਾਹੀਦੀ ਹੈ। ਅਥਰਵਵੇਦ ਦੇ ਵਿੱਚ ਕੀ ਹੁੰਦਾ ਆਪਣਾ? ਵੀ ਰਸ ਕੀ ਹੁੰਦਾ? ਮਤਲਬ ਜਿਹੜੀ ਗੱਲ ਉਹਨਾਂ ਨੇ ਕਹਿਣੀ ਚਾਹੁੰਦੇ ਨੇ, ਵੀ ਜਿਹੜੇ ਸਰੋਤੇ ਹੁੰਦੇ ਨੇ, ਦਰਸ਼ਕ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਹੂਬਹੂ ਉਹ ਚੀਜ਼ ਆ ਜਿਹੜੀ ਆਪਣੇ ਅੰਦਰ ਘਰ ਕਰ ਜੇ, ਹੈ ਨਾ। ਨਾਟਕ ਨੂੰ ਕੌਣ? ਦਰਸ਼ਕ ਦੇਖਦੇ ਨੇ, ਤਾਂ ਉਹਨਾਂ ਦੇ ਅੰਦਰ ਹੂਬਹੂ ਉਹ ਰਸ ਹੋਵੇ, ਅੰਦਰ ਜਾਵੇ ਉਹਨਾਂ ਦੇ। ਠੀਕ ਹੈ ਨਾ, ਸੋ ਭਾਵ ਇਹ ਹੈ ਕਿ ਨਾਟਕ ਇੱਕ ਸੰਯੁਕਤ ਕਲਾ ਹੈ ਜਿਸ ਵਿੱਚ ਬਾਕੀ ਸਾਹਿਤ ਰੂਪਾਂ ਦਾ ਵੀ ਯੋਗਦਾਨ ਹੈ। ਦ੍ਰਿਸ਼ ਕਲਾ, ਦ੍ਰਿਸ਼ ਕੀ ਹੁੰਦਾ ਬੱਚੋ? ਦੇਖਣਾ। ਭਾਰਤੀ ਆਲੋਚਕ ਨੇ ਜਿਹੜੇ, ਹੈ ਨਾ, ਆਲੋਚਨਾ ਕਰਦੇ ਨੇ ਕਿਸੇ ਵੀ ਚੀਜ਼ ਦੀ, ਕਾਵ ਜਾਂ ਸਾਹਿਤ ਦੇ ਦੋ ਭੇਦ ਮੰਨਦੇ ਹਨ। ਠੀਕ ਹੈ, ਕਾਵ ਜਾਂ ਸਾਹਿਤ ਜਿਹੜਾ ਆਪਣਾ ਆਪਾਂ ਪੜ੍ਹਦੇ ਹਾਂ, ਉਹਦੇ ਦੋ ਰੂਪ ਮੰਨਦੇ ਨੇ, ਸ਼੍ਰਵ ਕਾਵ ਅਤੇ ਦ੍ਰਿਸ਼ ਕਾਵ। ਠੀਕ ਹੈ, ਜਿਹੜੇ ਸੁਣਨ ਵਾਲਾ ਅਤੇ ਦੇਖਣ ਵਾਲਾ, ਜੋ ਆਪਾਂ ਪੜ੍ਹ ਚੁੱਕੇ ਹਾਂ। ਜੋ ਸੁਣਿਆ ਜਾਵੇ ਉਹ ਸ਼੍ਰਵ ਕਾਵ ਹੈ, ਅਤੇ ਜੋ ਜਿਵੇਂ ਕਿ ਲੋਕ ਕਹਾਣੀਆਂ, ਕਵਿਤਾ ਆਦਿ। ਜੋ ਵੇਖਿਆ ਜਾਵੇ ਉਹ ਦ੍ਰਿਸ਼ ਕਾਵ ਹੈ, ਜਿਵੇਂ ਵੇਖਣਾ, ਸੁਣਨਾ, ਵੇਖਣ ਵਿੱਚ ਸੁਣਨਾ ਵੀ ਸ਼ਾਮਿਲ ਹੈ। ਇਸ ਲਈ ਨਾਟਕ ਨੂੰ ਦ੍ਰਿਸ਼ ਕਲਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਡਰਾਮਾ, ਪਲੇ ਸ਼ਬਦ ਨਾਟਕ ਦੇ ਸਮਾਨਾਰਥਕ ਹਨ। ਠੀਕ ਹੈ ਨਾ,
ਤੇ ਪੰਜਾਬੀ ਸਾਹਿਤ ਕੋਸ਼ ਅਨੁਸਾਰ ਡਰਾਮਾ ਯੂਨਾਨੀ ਭਾਸ਼ਾ ਤੋਂ ਆਇਆ ਹੈ, ਠੀਕ ਹੈ। ਤੇ ਅੰਗਰੇਜ਼ੀ 'ਚ ਦੇਖੋ ਇਸ ਨੂੰ ਡਰਾਮਾ ਕਿਹਾ ਜਾਂਦਾ, ਪਲੇ ਵੀ ਕਹਿ ਦਿੰਦੇ ਆਪਾਂ। ਤੇ ਡਰਾਮਾ ਕਿੱਥੋਂ ਆਇਆ? ਯੂਨਾਨੀ ਭਾਸ਼ਾ ਤੋਂ, ਜਿਸ ਦਾ ਅਰਥ ਹੈ ਕੀਤਾ ਹੋਇਆ, ਕੋਈ ਕੰਮ ਕੀਤਾ ਹੋਇਆ, ਅਰਥਾਤ ਉਹ ਕਾਰਜ, ਉਹ ਕੰਮ ਜਿਹੜਾ ਰੰਗਮੰਚ ਉੱਤੇ, ਰੰਗਮੰਚ ਕੀ ਹੁੰਦਾ ਬੱਚੋ? ਸਟੇਜ ਦੇ ਉੱਪਰ ਨਾਟਕੀ ਪਾਤਰ ਆਪਣੀ ਐਕਟਿੰਗ ਰਾਹੀਂ ਪੇਸ਼ ਕਰਦੇ ਹਨ ਅਤੇ ਦਰਸ਼ਕ ਵੇਖਦੇ ਹਨ। ਦੇਖੋ ਬਿਲਕੁਲ ਸੌਖਾ ਹੀ, ਦੇਖੋ ਇਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆਪਾਂ? ਡਰਾਮਾ। ਡਰਾਮਾ ਕਿੱਥੋਂ ਆਇਆ? ਯੂਨਾਨੀ ਭਾਸ਼ਾ ਤੋਂ। ਇਹਦਾ ਮਤਲਬ ਕੀ ਹੁੰਦਾ? ਕੋਈ ਵੀ ਕੀਤਾ ਹੋਇਆ ਕੰਮ, ਠੀਕ ਹੈ, ਤੇ ਜਿਵੇਂ ਐਕਟਿੰਗ ਰਾਹੀਂ ਉਹ ਪੇਸ਼ ਕਰਦੇ ਨੇ, ਰੰਗਮੰਚ ਕਹਿ ਦਿੰਦੇ ਆਪਾਂ ਪੰਜਾਬੀ 'ਚ। ਸੁਣੀ ਹੋਈ ਘਟਨਾ ਨਾਲੋਂ ਵੇਖੀ ਹੋਈ ਘਟਨਾ ਜ਼ਿਆਦਾ ਰੌਚਕ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਕਰਕੇ ਹੀ ਨਾਟਕ ਬਾਕੀ ਸਾਹਿਤ ਰੂਪਾਂ ਨਾਲੋਂ ਵਧੇਰੇ ਹਰਮਨ ਪਿਆਰਾ ਹੈ। ਇੱਕ ਤਾਂ ਚੀਜ਼ ਆਪਾਂ ਸੁਣਦੇ ਹਾਂ, ਕੋਈ ਨਾਟਕ ਕਹਾਣੀ ਮੈਂ ਤੁਹਾਨੂੰ ਸੁਣਾਉਣੀ ਹੈ, ਠੀਕ ਹੈ। ਇੱਕ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਤਾਂ ਜ਼ਿਆਦਾ ਵਧੀਆ ਕੌਣ ਕੀ ਹੁੰਦਾ ਬੱਚੋ? ਜਿਹੜਾ ਦੇਖਣ ਵਾਲਾ ਹੁੰਦਾ, ਠੀਕ ਹੈ ਨਾ। ਇਸ ਕਰਕੇ ਬਾਕੀ ਸਾਹਿਤ ਜਿੰਨੇ ਵੀ ਰੂਪ ਨੇ ਉਹਨਾਂ ਦੇ ਨਾਲੋਂ ਇਹ ਜ਼ਿਆਦਾ ਵਧੀਆ ਲੱਗਦਾ ਸਾਰਿਆਂ ਨੂੰ, ਕਿਉਂਕਿ ਉਹਦੇ ਵਿੱਚ ਇਹ ਦੇਖਦੇ ਵੀ ਨੇ ਜਿੰਨੇ ਵੀ ਦਰਸ਼ਕ ਨੇ, ਠੀਕ ਹੈ। ਹੁਣ ਪਰਿਭਾਸ਼ਾ ਦੇਖਦੇ, ਜਿਹੜੀ ਕਿ ਪੇਪਰਾਂ 'ਚ ਤੁਹਾਨੂੰ ਆਏਗੀ ਬੱਚੋ। ਪਰਿਭਾਸ਼ਾ ਕੀ ਹੁੰਦੀ ਹੈ? ਕਿ ਜਿਹੜੇ ਵਿਦਵਾਨ ਨੇ ਹੂਬਹੂ ਆਪਾਂ ਉਹੀ ਸ਼ਬਦ ਲਿਖਣੇ ਹੁੰਦੇ ਨੇ ਜਿਹੜੇ ਉਹਨਾਂ ਨੇ ਕਹੇ ਹੁੰਦੇ ਨੇ। ਨਾਟਕ ਦੇ ਬਾਰੇ ਕੀ ਕਹਿੰਦੇ ਨੇ? ਨਾਟਕ ਸ਼ਬਦ ਦਾ ਨਿਕਾਸ ਸੰਸਕ੍ਰਿਤ ਦੇ ਸ਼ਬਦ ਨਟ, ਨਾਟ ਜਾਂ ਨ੍ਰਿਤ ਧਾਤੂ ਤੋਂ ਹੋਇਆ ਮੰਨਿਆ ਜਾਂਦਾ। ਨਾਟਕ, ਨਾਟਕ ਦਾ ਮਤਲਬ ਨਟ, ਨਾਟ, ਨ੍ਰਿਤ, ਠੀਕ ਹੈ। ਸੰਸਕ੍ਰਿਤ ਦੇ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਦੋ ਅਰਥਾਂਸ਼ ਸਾਂਝੇ ਹਨ। ਇੱਕ ਕਲਾ ਹੈ, ਠੀਕ ਹੈ, ਕਲਾਤਮਕ ਨਕਲ, ਦੂਜਾ ਹੈ ਅੰਗਾਂ ਦਾ ਸੰਚਾਲਨ। ਇਹ ਨਾਟਕ ਵਿੱਚ ਕਲਾਤਮਿਕ ਨਕਲ ਅਤੇ ਨੱਚਣਾ ਦੋਵੇਂ ਤੱਤ ਸ਼ਾਮਲ ਹਨ, ਠੀਕ ਹੈ। ਤੇ ਕਲਾਤਮਿਕ ਨਕਲ ਵੀ ਸ਼ਾਮਿਲ ਹੈ, ਐਕਟਿੰਗ ਕਰਨੀ ਵੀ ਸ਼ਾਮਿਲ ਹੈ, ਤੇ ਨੱਚਣਾ ਵੀ। ਅਰਸਤੂ ਨੇ ਨਾਟਕ ਨੂੰ ਜੀਵਨ ਦੀ ਨਕਲ ਕਿਹਾ ਹੈ, ਠੀਕ ਹੈ, ਜੀਵਨ ਦੀ ਕੀ ਹੈ? ਨਕਲ ਕਿਹਾ। ਪਰ ਇਹ ਨਕਲ ਫੋਟੋਗ੍ਰਾਫਿਕ ਨਹੀਂ ਹੈ, ਬਲਕਿ ਇਸ ਨੂੰ ਸਾਹਿਤਿਕ ਅੰਸ਼ਾਂ ਨਾਲ ਪ੍ਰਭਾਵਸ਼ਾਲੀ ਬਣਾਇਆ ਹੈ। ਵੀ ਇਹ ਨਹੀਂ ਹੈਗਾ ਵੀ ਇਕੱਲਾ ਆਪਾਂ ਫੋਟੋ ਦੇਖੀ ਜਾਂਦੇ ਹਾਂ, ਤਾਂ ਇਹਨੂੰ ਮਤਲਬ ਸਾਹਿਤਿਕ ਅੰਸ਼ਾਂ ਦੇ ਨਾਲ, ਠੀਕ ਹੈ, ਬੋਲ ਕੇ, ਗਾ ਕੇ ਉਸ ਤਰ੍ਹਾਂ ਪ੍ਰਭਾਵਸ਼ਾਲੀ ਬਣਾਇਆ ਹੈ। ਨਾਟਕ ਜੀਵਨ ਦੀ ਨਕਲ ਹੁੰਦਿਆਂ ਹੋਇਆਂ ਵੀ ਅਸਲ ਤੋਂ ਵਧੇਰੇ ਯਥਾਰਥਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ, ਠੀਕ ਹੈ ਨਾ। ਤੇ ਬਹੁਤ ਵਧੀਆ ਲੱਗਦਾ ਹੈ ਅਸਲ ਜ਼ਿੰਦਗੀ ਤੋਂ। ਨਾਟਯ ਸ਼ਾਸਤਰ ਦੇ ਕਰਤਾ ਭਰਤ ਮੁਨੀ ਨੇ ਲਿਖਿਆ ਹੈ ਕਿ ਨਾਟਕ ਇੱਕ ਦ੍ਰਿਸ਼ ਕਾਵਿ ਹੈ, ਦੇਖਣ ਵਾਲਾ ਕਾਵਿ ਹੈ, ਜੋ ਯਥਾਰਥ, ਕਲਪਨਾ ਜਾਂ ਪ੍ਰਤਿਭਾ ਦੀ ਸ਼ਕਤੀ ਦੁਆਰਾ ਵਿਸ਼ੇ ਵਸਤੂ ਨੂੰ ਸੰਗਠਿਤ ਕਰਕੇ ਜੀਵਨ ਦੇ ਨੇਕੀ ਬਦੀ ਤੇ ਸੱਚ ਝੂਠ ਦੇ ਸੰਕਲਪਾਂ ਨੂੰ ਮਾਨਵੀ ਸੰਵੇਦਨਾ ਨਾਲ ਜੋੜ ਕੇ ਅਨੋਖਾ ਰੂਪ ਧਾਰਨ ਕਰਦਾ ਹੈ ਅਤੇ ਆਮ ਲੋਕਾਂ ਨੂੰ ਸੋਝ ਸੁਆਦ ਪ੍ਰਦਾਨ ਕਰਦਾ ਹੈ, ਠੀਕ ਹੈ ਨਾ। ਉਹਨਾਂ ਨੇ ਇਹ ਕਿਹਾ ਪੰਜਾਬੀ ਦੇ ਪ੍ਰਥਮ ਨਾਟਕਕਾਰ, ਸਭ ਤੋਂ ਪਹਿਲੇ ਨਾਟਕਕਾਰ ਬੱਚੋ ਕੀ ਨਾਮ ਹੈ ਉਹਨਾਂ ਦਾ? ਈਸ਼ਵਰ ਚੰਦਰ ਨੰਦਾ। ਇਹ ਆ ਸਕਦਾ ਤੁਹਾਨੂੰ ਪ੍ਰਸ਼ਨ। ਪ੍ਰਥਮ ਪਹਿਲੇ ਨਾਟਕਕਾਰ ਕਿਹੜੇ ਨੇ? ਈਸ਼ਵਰ ਚੰਦਰ ਨੰਦਾ ਦਾ ਕਹਿਣਾ ਹੈ ਕਿ ਨਾਟਕ ਦਾ ਵੱਡਾ ਮਤਲਬ ਹੀ ਸਾਡੀ ਰੋਜ਼ ਦਿਹਾੜੀ ਦੀ ਜ਼ਿੰਦਗੀ ਤੇ ਵਰਤਾਰੇ ਦਾ ਨਕਸ਼ਾ ਖਿੱਚਣਾ ਹੈ। ਸਾਡੀ ਰੋਜ਼ ਦਿਹਾੜੀ, ਦਿਹਾੜੀ ਮਤਲਬ ਦਿਨ, ਰੋਜ਼ ਦਿਹਾੜੀ ਦੀ ਜ਼ਿੰਦਗੀ ਹੈ ਜਿਹੜੀ, ਤੇ ਵਰਤਾਰੇ ਦਾ ਨਕਸ਼ਾ ਖਿੱਚਣਾ ਹੈ। ਪ੍ਰੋਫੈਸਰ ਦੀਵਾਨ ਸਿੰਘ ਦਾ ਵਿਚਾਰ ਹੈ ਕਿ ਨਾਟਕ ਜੀਵਨ ਦੀਆਂ ਕੁਝ ਘਟਨਾਵਾਂ ਨੂੰ ਇੱਕ ਸੋਝਮਈ ਸ਼ੈਲੀ ਵਿੱਚ ਸਵਾਂਗ ਰਾਹੀਂ ਪ੍ਰਸਤੁਤ ਕਰਨ ਦੀ ਕਲਾ ਦਾ ਨਾਮ ਹੈ, ਠੀਕ ਹੈ। ਪ੍ਰਸਿੱਧ ਪੰਜਾਬ ਦੇ ਨਾਟਕਕਾਰ ਬਲਵੰਤ ਗਾਰਗੀ ਨੇ ਨਾਟਕ ਦੇ ਸੰਕਲਪ ਬਾਰੇ ਕਿਹਾ ਹੈ ਕਿ ਰੰਗਮੰਚ ਉੱਤੇ ਜਿਹੜਾ ਕਾਰਜ ਹੋ ਰਿਹਾ ਹੈ ਉਹ ਕੋਈ ਜੀਵਨ ਘਟਨਾ ਦੀ ਝਾਕੀ ਨਹੀਂ ਹੈ, ਸਗੋਂ ਤਪਦੇ ਹੋਏ ਮਾਰੂਥਲਾਂ ਦੀ ਪ੍ਰਦਰਸ਼ਨੀ ਹੈ, ਠੀਕ ਹੈ ਨਾ। ਅੱਗੇ ਆ ਗਿਆ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ, ਜੋ ਉੱਪਰ ਵਿਦਵਾਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਸਾਰੀਆਂ ਨੂੰ ਮਿਲਾ ਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਨਾਟਕ ਇੱਕ ਅਜਿਹੀ ਮਿਸ਼ਰਤ ਕਲਾ ਹੈ, ਮਿਕਸ ਕਲਾ ਹੈ, ਜਿਸ ਦੀ ਸਿਰਜਣਾ ਵਿੱਚ ਸਾਹਿਤਿਕ ਅੰਸ਼ਾਂ ਦੇ ਨਾਲ ਨਾਲ ਰੰਗਮੰਚ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ, ਠੀਕ ਹੈ। ਰੰਗਮੰਚ, ਸਟੇਜ, ਡਾਇਲੋਗ, ਇਹ ਸਾਰਿਆਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਨਾਟਕ ਦੇ ਸਿਰਜਕ ਨਾਟਕਕਾਰ ਤੋਂ ਇਲਾਵਾ ਨਿਰਮਾਤਾ, ਨਿਰਦੇਸ਼ਕ, ਐਕਟਰ, ਰੂਪ ਸੱਜਾ, ਅਭਿਨੇ ਆਦਿ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਬੱਚੋ ਇਹ ਨਹੀਂ ਹੈਗਾ ਵੀ ਕੋਈ ਇੱਕ ਵਿਅਕਤੀ ਸਟੇਜ ਦੇ ਉੱਪਰ ਗਿਆ ਤਾਂ ਜਾ ਕੇ ਉਹਨੇ ਆਪ ਇਕੱਲੇ ਨੇ ਨਾਟਕ ਬੋਲਤਾ, ਨਹੀਂ, ਉਸ ਦੇ ਵਿੱਚ ਸਾਰਾ ਕੁਝ ਆਊਗਾ। ਨਿਰਦੇਸ਼ਕ ਵੀ ਹੋਣਗੇ, ਨਿਰਮਾਤਾ ਜਿਹੜੇ ਬਣਾਉਣਗੇ ਉਹ ਵੀ ਹੋਣਗੇ,
ਤੇ ਨਿਰਦੇਸ਼ਕ ਜੋ ਜਿਹੜੇ ਸਾਰਾ ਐਕਟਿੰਗ ਵਗੈਰਾ ਕਰਨੀ ਦੱਸਣਗੇ, ਐਕਟਰ ਵੀ ਹੋਣਗੇ, ਰੂਪ ਸਜਾਉਣ ਵਾਲੇ, ਜਿੱਦਾਂ ਦਾ ਨਾਟਕ ਉੱਦਾਂ ਦੇ ਲੋਕਾਂ ਦੀ ਮੇਕਅਪ ਕਰਨਾ, ਐਕਟਿੰਗ ਅਭਿਨੇ ਦਾ ਮਤਲਬ ਹੁੰਦਾ ਵੀ ਉਹ ਸਾਰਾ ਕੁਝ ਸ਼ਾਮਿਲ ਹੈ। ਇਸ ਲਈ ਨਾਟਕ ਨੂੰ ਸਾਹਿਤ ਅਤੇ ਮੰਚ ਕਲਾ ਦਾ ਮਿਲਵਾਂ ਰੂਪ ਕਿਹਾ ਜਾਂਦਾ ਹੈ। ਸਾਹਿਤ ਮਤਲਬ ਜਿਹੜੀਆਂ ਆਪਾਂ ਭਾਵਨਾਵਾਂ ਨੇ, ਹੈ ਨਾ, ਸਾਰਾ ਕੁਝ ਜੋ ਆਪਾਂ ਪੜ੍ਹਿਆ ਹੁਣ ਤੱਕ, ਅਤੇ ਰੰਗਮੰਚ ਮਤਲਬ ਸਟੇਜ ਦੇ ਉੱਪਰ ਜਿਹੜੀ ਪੇਸ਼ ਕਰਦੇ ਆਪਾਂ, ਉਹ ਸਾਰਾ ਸ਼ਾਮਿਲ ਹੈ। ਨਾਟਕ ਦੀ ਸਿਰਜਣਾ ਨਾਟਕਕਾਰ ਕਰਦਾ ਹੈ। ਉਹ ਆਪਣੀ ਰਚਨਾ ਵਿੱਚ ਹਾਜ਼ਰ ਤਾਂ ਰਹਿੰਦਾ ਹੈ, ਪਰ ਉਹ ਸਾਹਮਣੇ ਨਹੀਂ ਹੁੰਦਾ। ਆਪਣੇ ਪਾਤਰਾਂ ਦੇ ਕਾਰਜਾਂ ਰਾਹੀਂ ਹੀ ਨਾਟਕਕਾਰ ਆਪਣੇ ਨਾਟਕ ਵਿੱਚ ਸਾਹਮਣੇ ਆਉਂਦਾ ਹੈ। ਪਾਤਰਾਂ ਦੇ ਰਾਹੀਂ ਮਤਲਬ ਪਾਤਰ ਜਿੱਦਾਂ ਗੱਲ ਕਰਦੇ ਨੇ, ਅੰਦਰੋਂ ਹੀ ਉਹ ਆਪਾਂ ਨੇ ਸਾਹਮਣੇ ਆਉਂਦਾ ਵੀ ਨਾਟਕਕਾਰ ਕੀ ਕਹਿਣਾ ਚਾਹੁੰਦਾ। ਕਈ ਵਾਰ ਨਾਟਕਕਾਰ ਆਪਣੇ ਕਿਸੇ ਪਾਤਰ ਨੂੰ ਆਪਣਾ ਪ੍ਰਤੀਨਿਧ ਸਥਾਪਿਤ ਲੈਂਦਾ ਹੈ, ਠੀਕ ਹੈ ਨਾ, ਕਰਦਾ ਹੈ, ਜੋ ਉਸ ਦੀਆਂ ਰੁਚੀਆਂ ਤੇ ਮਨੋਵਿਰਤੀਆਂ ਨੂੰ ਸਾਕਾਰ ਕਰ ਦਿੰਦਾ ਹੈ। ਇਸ ਤਰ੍ਹਾਂ ਸਿਧਾਂਤਿਕ ਤੌਰ ਤੇ ਨਾਟਕ ਆਤਮ ਨਿਰਪੇਖ ਸਾਹਿਤਕ ਰੂਪ ਹੈ, ਜਿੱਥੇ ਨਾਟਕਕਾਰ ਦੀ ਸ਼ਖਸੀਅਤ ਸਿੱਧੇ ਤੌਰ ਤੇ ਦਾਖਲ ਨਹੀਂ ਹੁੰਦੀ। ਬੱਚੋ, ਜਿਵੇਂ ਕਵਿਤਾ ਦੇ ਤੱਤ ਪੜ੍ਹੇ ਸੀ ਆਪਾਂ, ਉਸ ਤਰ੍ਹਾਂ ਨਾਟਕ ਦੇ ਵੀ ਤੱਤ ਪੜ੍ਹਦੇ ਆ ਵੀ ਨਾਟਕ ਕਿਹਨਾਂ ਚੀਜ਼ਾਂ ਨਾਲ ਮਿਲਦਾ, ਠੀਕ ਹੈ, ਮਿਲ ਕੇ ਬਣਦਾ ਹੈ। ਨਾਟਕ ਦੇ ਤੱਤਾਂ ਬਾਰੇ ਸੰਸਕ੍ਰਿਤ, ਯੂਨਾਨੀ ਅਤੇ ਪੱਛਮੀ ਸਾਹਿਤ ਵਿੱਚ ਬਹੁਤ ਵਿਸਥਾਰ ਨਾਲ ਚਰਚਾ ਹੋਈ ਹੈ। ਭਾਰਤੀ ਨਾਟਕ ਪਰੰਪਰਾ ਵਿੱਚ, ਜੋ ਬਹੁਤ ਪੁਰਾਣੀ ਹੈ, ਪਹਿਲੀ ਸਦੀ ਪੂਰਵ ਈਸਵੀ ਵਿੱਚ ਲਿਖੇ ਨਾਟਕੀ ਕਲਾ ਦੇ ਭਰਤ ਮੁਨੀ ਦੁਆਰਾ ਰਚਿਤ ਆਲੋਚਨਾ ਗ੍ਰੰਥ ਨਾਟਯ ਸ਼ਾਸਤਰ ਵਿੱਚ ਕਈ ਨਾਟਕਕਾਰਾਂ ਦਾ ਉਲੇਖ ਹੈ। ਕਾਲੀਦਾਸ ਭਾਰਤੀ ਸੰਸਕ੍ਰਿਤ ਨਾਟਕਕਾਰਾਂ ਵਿੱਚੋਂ ਸ਼ਿਰੋਮਣੀ ਹੈ। ਉਸ ਦੇ ਨਾਟਕ ਅਭਿਗਿਆਨ ਸ਼ਕੁੰਤਲਾ ਦੇ ਅਨੇਕ ਯੂਰਪੀ ਭਾਸ਼ਾਵਾਂ ਨੇ ਜਿਹੜੇ ਉਹਦੇ ਵਿੱਚ ਅਨੁਵਾਦ ਕੀਤਾ ਉਹਨਾਂ ਦਾ, ਠੀਕ ਹੈ ਨਾ। ਸ਼ੂਦਰਕ ਦਾ ਨਾਟਕ ਮ੍ਰਿਛਕਟਿਕ ਮਿੱਟੀ ਦਾ ਗਡੀਰਾ ਵੀ ਬਹੁਤ ਪ੍ਰਸਿੱਧ ਨਾਟਕ ਹੈ। ਮੁਸਲਮਾਨੀ ਹਕੂਮਤ ਸਮੇਂ ਨਾਟਕ ਕਲਾ ਦਾ ਪਤਨ ਹੋਇਆ, ਪਰ ਅੰਗਰੇਜ਼ੀ ਹਕੂਮਤ ਦੌਰਾਨ ਨਾਟਕ ਦੀ ਸੁਰਜੀਤੀ ਹੋਈ। ਇਹ ਵੀ ਪ੍ਰਸ਼ਨ ਆ ਸਕਦਾ ਵੀ ਕਦੋਂ ਪਤਨ ਹੋਇਆ ਸੀ, ਖਤਮ ਕਦੋਂ ਹੋ ਗਏ ਸੀ, ਮੁਗਲ ਕਾਲ ਵੇਲੇ, ਠੀਕ ਹੈ ਨਾ। ਤੇ ਕਦੋਂ ਦੁਬਾਰਾ ਸੁਰਜੀਤ ਦਾ ਮਤਲਬ ਹੁੰਦਾ ਦੁਬਾਰਾ ਜਨਮ ਹੋਣਾ, ਕਦੋਂ ਹੋਏ ਸੀ ਇਹ, ਅੰਗਰੇਜ਼ਾਂ ਵੇਲੇ। ਪੰਜਾਬੀ ਸਾਹਿਤ ਵਿੱਚ ਨਾਟਕ ਦੀ ਸਿਰਜਣਾ ਤੇ ਰਚਨਾ ਵਿਧਾਨ ਪੱਛਮੀ ਪਰੰਪਰਾ ਤੋਂ ਹੀ ਪ੍ਰਭਾਵਿਤ ਹੈ। ਇਸ ਲਈ ਨਾਟਕ ਦੇ ਤੱਤ ਵੀ ਪੱਛਮੀ ਰਚਨਾ ਕਲਾ ਅਨੁਸਾਰ ਹੀ ਮੰਨੇ ਜਾਂਦੇ ਹਨ। ਪੱਛਮੀ ਕਲਾ ਜਿਹੜੀ ਵੈਸਟਰਨ ਕਲਚਰ ਹੈ, ਠੀਕ ਹੈ ਨਾ, ਉਹਨਾਂ ਤੋਂ ਆਪਣੇ ਨਾਟਕ ਬਹੁਤ ਪ੍ਰਭਾਵਿਤ ਨੇ। ਇਹ ਠੀਕ ਹੈ ਕਿ ਭਾਰਤੀ ਆਧੁਨਿਕ ਨਾਟਕ ਕਲਾ ਵਿੱਚ ਭਾਰਤੀ ਨਾਟਕੀ ਤੱਤਾਂ ਦਾ ਵੀ ਯੋਗਦਾਨ ਹੈ, ਪਰ ਪੱਛਮੀ ਪ੍ਰਭਾਵ ਜ਼ਿਆਦਾ ਹੈ, ਠੀਕ ਹੈ ਨਾ। ਭਾਰਤ ਦੀਆਂ ਵੀ ਗੱਲਾਂ ਹੈਗੀਆਂ ਨੇ, ਪਰ ਪੱਛਮੀ ਬਹੁਤ ਜ਼ਿਆਦਾ ਹੈ। ਸੰਸਕ੍ਰਿਤ ਦੇ ਪ੍ਰਾਚੀਨ ਆਚਾਰੀਆ ਦੇ ਨਾਟਕ ਦੇ 3 ਤੱਤ ਮੰਨੇ ਹਨ। ਵੀ ਨਾਟਕ ਦੇ ਕਿੰਨੇ ਤੱਤ ਮੰਨੇ ਹਨ? 3, ਠੀਕ ਹੈ ਨਾ। ਪਰ ਡਾਕਟਰ ਗੋਬਿੰਦ ਜੀ ਦੇ ਅਨੁਸਾਰ ਇਹ ਨਾਟਕੀ ਤੱਤ ਹੁਣ 5 ਹਨ: ਕਥਾ ਵਸਤੂ, ਅਭਿਨੇਤਾ, ਰਸ, ਅਭਿਨੇ ਤੇ ਵ੍ਰਿਤੀ। ਪੱਛਮੀ ਵਿਦਵਾਨਾਂ ਨੇ ਨਾਟਕ ਦੇ ਮੁੱਖ ਤੌਰ ਤੇ 6 ਤੱਤ ਸਵੀਕਾਰ ਕੀਤੇ ਹਨ। ਉਹ ਹਨ ਕਥਾ ਵਸਤੂ, ਪਾਤਰ, ਵਾਰਤਾਲਾਪ, ਦੇਸ਼ ਕਾਲ, ਵਾਤਾਵਰਨ, ਭਾਸ਼ਾ ਤੇ ਸ਼ੈਲੀ ਅਤੇ ਉਦੇਸ਼। ਹੁਣ ਇਹਨਾਂ ਤੱਤਾਂ ਦਾ ਤਰਤੀਬਵਾਰ ਵਰਣਨ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਕਥਾ ਵਸਤੂ ਜਾਂ ਪਲਾਟ ਕੀ ਹੁੰਦਾ ਦੇਖਦੇ ਆਪਾਂ। ਨਾਟਕ ਦੀ ਕਹਾਣੀ, ਪਲਾਟ ਜਾਂ ਕਥਾਨਕ ਨੂੰ ਕਥਾ ਵਸਤੂ ਕਿਹਾ ਜਾਂਦਾ। ਕੀ ਕਿਹਾ ਜਾਂਦਾ ਬੱਚੋ? ਨਾਟਕ ਦੀ ਕਹਾਣੀ ਨੂੰ, ਪਲਾਟ ਨੂੰ ਜਾਂ ਕਥਾਨਕ ਨੂੰ ਕਥਾ ਵਸਤੂ ਕਿਹਾ ਜਾਂਦਾ ਹੈ। ਕਥਾ ਵਸਤੂ ਹੀ ਨਾਟਕ ਦੀ ਆਧਾਰਸ਼ਿਲਾ ਹੈ। ਕਈ ਵਿਦਵਾਨ ਕਥਾਨਕ ਨੂੰ ਕਹਾਣੀ ਤੋਂ ਥੋੜ੍ਹਾ ਵੱਖਰਾ ਮੰਨਦੇ ਹਨ, ਵੀ ਕਹਾਣੀ ਤੋਂ ਥੋੜ੍ਹਾ ਜਿਹਾ ਵੱਖਰਾ ਮੰਨਦੇ ਨੇ। ਕਹਾਣੀ ਤਾਂ ਜੀਵਨ ਦੀਆਂ ਉਗੜੀਆਂ ਦੁਗੜੀਆਂ ਘਟਨਾਵਾਂ ਦਾ ਜੋੜ ਮਾਤਰ ਹੈ, ਠੀਕ ਹੈ। ਕਹਾਣੀ ਤਾਂ ਜਿੰਨੀਆਂ ਵੀ ਘਟਨਾਵਾਂ ਨੇ ਉਹਨਾਂ ਦਾ ਜੋੜ ਮਾਤਰ ਹੈ, ਪਰ ਕਥਾਨਕ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਨਾਟਕ ਦੇ ਰਚਨਾਤਮਿਕ ਸੰਦਰਭ ਵਿੱਚ ਪੱਛਮੀ ਵਿਦਵਾਨਾਂ ਨੇ 3 ਏਕਤਾਵਾਂ ਦਾ ਹੋਣਾ ਜ਼ਰੂਰੀ ਮੰਨਿਆ ਹੈ: ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਤੇ ਕਾਰਜ ਦੀ ਏਕਤਾ। ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਤੇ ਕਾਰਜ ਦੀ ਏਕਤਾ। ਯੂਨਾਨੀ ਜਿਹੜੇ ਨਾਟਕਕਾਰ ਨੇ, ਠੀਕ ਹੈ ਨਾ, ਉਹ ਦੱਸਦੇ ਨੇ ਵੀ ਯੂਨਾਨੀ ਨਾਟਕਾਂ ਵਿੱਚ 3 ਏਕਤਾਵਾਂ ਉੱਤੇ ਖਾਸ ਜ਼ੋਰ ਦਿੱਤਾ ਜਾਂਦਾ ਹੈ। ਨਾਟਕ ਵਿੱਚ ਦਰਸਾਈਆਂ ਘਟਨਾਵਾਂ ਇੱਕ ਨਿਸ਼ਚਿਤ ਸਮੇਂ ਵਿੱਚ ਰੰਗਮੰਚ ਉੱਤੇ ਦਿਖਾਈਆਂ ਜਾ ਸਕਦੀਆਂ ਹੋਣ।
ਇਹਨਾਂ ਘਟਨਾਵਾਂ ਦੀ ਚੋਣ ਵੇਲੇ ਘਟਨਾਵਾਂ ਦੇ ਵਾਪਰਨ ਦੇ ਸਮੇਂ ਦਾ ਵੀ ਧਿਆਨ ਰੱਖਣਾ ਬਣਦਾ ਹੈ, ਕਿਉਂਕਿ ਘਟਨਾਵਾਂ ਵਿੱਚ ਕਈ ਸਾਲਾਂ ਜਾਂ ਸਦੀਆਂ ਦਾ ਫਰਕ ਸਟੇਜ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਦਿਖਾਉਣਾ ਸੰਭਵ ਨਹੀਂ ਹੁੰਦਾ। ਦੂਜੀ, ਏਕਤਾ ਦਾ ਸਬੰਧ ਸਥਾਨ ਨਾਲ ਹੈ। ਇਸ ਦਾ ਭਾਵ ਹੈ ਕਿ ਕਥਾ ਵਸਤੂ ਵਿੱਚ ਦਰਸਾਈਆਂ ਘਟਨਾਵਾਂ ਦੇ ਵਾਪਰਨ ਸਥਾਨ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਦਾਹਰਨ ਲਈ, ਜੋ ਨਾਟਕ ਦੀ ਇੱਕ ਘਟਨਾ ਰਾਜ ਦਰਬਾਰ ਵਿੱਚ ਵਾਪਰਦੀ ਹੈ ਅਤੇ ਦੂਜੀ ਯੁੱਧ ਦੇ ਮੈਦਾਨ ਵਿੱਚ, ਇਹਨਾਂ ਦੋਵਾਂ ਘਟਨਾਵਾਂ ਨੂੰ ਅੱਗੜ ਪਿਛੜ ਸਟੇਜ ਉੱਤੇ ਦਿਖਾਉਣਾ ਔਖਾ ਹੈ। ਇਸ ਲਈ ਕਥਾ ਵਸਤੂ ਵਿੱਚ ਅਜਿਹੀ ਸਥਾਨ ਬਦਲੀ ਨਹੀਂ ਹੋਣੀ ਚਾਹੀਦੀ ਜਿਸ ਨੂੰ ਰੰਗਮੰਚ 'ਤੇ ਸਾਕਾਰ ਕਰਨਾ ਸੰਭਵ ਨਾ ਹੋਵੇ। ਤੀਜੀ, ਏਕਤਾ ਕਾਰਜ ਦੀ ਏਕਤਾ। ਇਸ ਤੋਂ ਭਾਵ ਹੈ ਕਿ ਨਾਟਕ ਦੇ ਮੁੱਖ ਕਾਰਜ ਨਾਲ ਸੰਬੰਧ ਨਾ ਰੱਖਣ ਵਾਲੇ ਕਾਰਜ ਨੂੰ ਨਾਟਕ ਦਾ ਹਿੱਸਾ ਨਾ ਬਣਾਇਆ ਜਾਵੇ, ਠੀਕ ਹੈ। ਪਰੰਤੂ ਅੱਜ ਦੇ ਯੁੱਗ ਵਿੱਚ ਵਿਗਿਆਨ ਵਸੀਲਿਆਂ ਦੀ ਮਦਦ ਨਾਲ ਉਪਰੋਕਤ ਏਕਤਾਵਾਂ ਵਿੱਚ ਮਤਲਬ ਜੋ ਘਾਟ ਸੀ ਉਹ ਪੂਰੀ ਕਰ ਦਿੱਤੀ ਗਈ ਹੈ। ਸੰਗੀਤ, ਰੌਸ਼ਨੀ ਅਤੇ ਆਵਾਜ਼ ਇਸ ਤਰ੍ਹਾਂ ਦੇ ਮੁੱਖ ਵਸੀਲੇ ਹਨ ਬੱਚੋ। ਜਿਵੇਂ ਮੰਨ ਲਓ ਹੁਣ ਕੋਈ ਆਪਾਂ ਕਹਿੰਦੇ ਵੀ ਜਿਹੜੇ ਰਾਜਿਆਂ ਦੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਯੁੱਧ ਵੀ ਹੁੰਦੇ ਸੀ ਨਾ, ਮੰਨ ਲਓ ਸਟੇਜ ਦੇ ਉੱਪਰ ਕੋਈ ਨਾਟਕ ਖੇਡਿਆ ਜਾ ਰਿਹਾ, ਤਾਂ ਇਹ ਨਹੀਂ ਹੈਗਾ ਵੀ ਮਤਲਬ ਨਾਟਕ ਇੱਕਦਮ ਆਪਾਂ ਦਰਬਾਰ 'ਚ ਬੈਠੇ ਹਾਂ, ਦਰਬਾਰ 'ਚ ਬੈਠਣ ਤੋਂ ਬਾਅਦ ਯੁੱਧ ਦੀ ਖਬਰ ਆ ਜਾਂਦੀ ਤਾਂ ਇੱਕਦਮ ਉਹ ਯੁੱਧ ਦਾ ਮਾਹੌਲ ਪਿੱਛੇ ਜਿਹੜਾ ਸਿਰਫ ਖਾਲੀ ਸਟੇਜ ਨਹੀਂ ਹੁੰਦੀ, ਰੰਗਮੰਚ ਨਹੀਂ ਹੁੰਦਾ, ਪਿੱਛੇ ਆਪਾਂ ਮਾਹੌਲ ਵੀ ਸਿਰਜਣਾ ਹੁੰਦਾ ਹੈ ਨਾ। ਯੁੱਧ ਦੇ ਮੈਦਾਨ ਲੱਗੇ ਆਪਾਂ ਨੂੰ, ਉਹ ਇੱਕਦਮ ਸਿਰਜਣਾ ਬਹੁਤ ਔਖਾ। ਇਸ ਕਰਕੇ ਉਹਨਾਂ ਨੇ ਕਿਹਾ ਵੀ ਕਥਾਨਕ ਉਹੀ ਹੁੰਦਾ ਵੀ ਕਹਾਣੀ ਤਾਂ ਹੂਬਹੂ ਗੱਲ ਹੋ ਗਈ ਜ਼ਿੰਦਗੀ ਦੀ, ਪਰ ਜਿਹੜਾ ਕਥਾਨਕ ਹੈ ਜਿਹੜਾ ਉਹਦੇ ਵਿੱਚ ਇਹ ਏਕਤਾ ਹੋਣੀ ਚਾਹੀਦੀ ਹੈ ਵੀ ਇੱਦਾਂ ਦਾ ਮਾਹੌਲ ਹੋਵੇ ਵੀ ਜੇ ਦਰਬਾਰ ਹੈ ਤਾਂ ਉਹਨੂੰ ਥੋੜ੍ਹਾ ਬਹੁਤਾ ਬਦਲਾਅ ਕੀਤਾ ਜਾ ਸਕਦਾ, ਪਰ ਹੂਬਹੂ ਬਦਲਾਅ ਨਹੀਂ ਕੀਤਾ ਜਾ ਸਕਦਾ। ਪਰ ਇਹ ਪਹਿਲਾਂ ਦੀ ਗੱਲ ਸੀ। ਅੱਜ ਵਿਗਿਆਨ ਨੇ ਉੱਨਤੀ ਕਰ ਲਈ ਹੈ ਤਾਂ ਆਵਾਜ਼ਾਂ ਇਹੋ ਜਿਹੀਆਂ ਆਉਂਦੀਆਂ ਨੇ ਜਿਵੇਂ ਪੰਛੀ ਕੁੱਕਦੇ ਹੁੰਦੇ ਨੇ, ਠੀਕ ਹੈ ਨਾ, ਹੋਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਜਾਂ ਬਹੁਤ ਭਿਆਨਕ ਚੀਜ਼ਾਂ ਸੰਗੀਤ ਦੇ ਨਾਲ ਪੇਸ਼ ਕੀਤੀਆਂ ਜਾ ਸਕਦੀਆਂ ਨੇ। ਪਿੱਛੇ ਫੋਟੋ ਵੀ ਇੱਦਾਂ ਦੀਆਂ ਆ ਗਈਆਂ ਵੀ ਮਤਲਬ ਇੱਕਦਮ ਮਾਹੌਲ ਹੀ ਉੱਦਾਂ ਦਾ ਹੋ ਜਾਂਦਾ ਵੀ ਯੁੱਧ ਕਿਤੇ ਚੱਲ ਰਿਹਾ, ਠੀਕ ਹੈ ਨਾ। ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਉਹ ਕਰ ਸਕਦੇ ਹਾਂ ਵੀ ਇਹ ਅੱਜ ਕੱਲ੍ਹ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ। ਫਿਰ ਅੱਗੇ ਆ ਗਿਆ ਕਥਾਨਕ ਤੋਂ ਬਾਅਦ ਆ ਗਿਆ ਬੱਚੋ ਪਾਤਰ ਤੇ ਪਾਤਰ ਉਸਾਰੀ। ਕਥਾਨਕ ਤੋਂ ਬਾਅਦ ਪਾਤਰ ਤੇ ਪਾਤਰ ਉਸਾਰੀ ਨਾਟਕ ਦੇ ਪ੍ਰਮੁੱਖ ਰਚਨਾਤਮਕ ਤੱਤ ਹਨ। ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਅੱਜ ਕੱਲ੍ਹ ਰੌਸ਼ਨੀ ਅਤੇ ਸੰਗੀਤ, ਮੰਨ ਲਓ ਹੁਣ ਚਿੜੀਆਂ ਚਹਿਚਹਾਉਂਦੀਆਂ ਨੇ, ਠੀਕ ਹੈ ਨਾ, ਤਾਂ ਉਹਨਾਂ ਦੀ ਆਵਾਜ਼ ਆ ਜਾਂਦੀ ਹੈ। ਯੁੱਧ ਦੇ ਵਿੱਚ ਜਿਹੜੇ ਪਿਸਤੌਲ ਨੇ, ਗਨ ਹੈ, ਤਲਵਾਰਾਂ, ਉਹਨਾਂ ਦੀ ਆਵਾਜ਼ ਆ ਜਾਂਦੀ ਹੈ। ਤੋਪਾਂ ਦੀ ਤਲਵਾਰ ਜਿਹੜੀ ਆਵਾਜ਼ ਆਉਂਦੀ ਹੈ, ਠੀਕ ਹੈ ਨਾ ਬੱਚੋ। ਇਸ ਤਰ੍ਹਾਂ ਦੀ ਵਿਗਿਆਨ ਪਿੱਛੇ ਜਿਹੜਾ ਆਪਣਾ ਬੈਕਗਰਾਊਂਡ ਹੁੰਦਾ ਉਹ ਵੀ ਇੱਦਾਂ ਦਾ ਬਣ ਜਾਂਦਾ ਅੱਜ ਕੱਲ੍ਹ ਵਿਗਿਆਨ ਦੇ ਕਾਰਨ। ਸੋ ਹੁਣ ਉਹ ਬਦਲ ਚੁੱਕਾ। ਅਤੇ ਅੱਗੇ ਆ ਗਿਆ ਤੱਤ ਪਾਤਰ ਅਤੇ ਪਾਤਰ ਉਸਾਰੀ। ਪਾਤਰ ਕੌਣ ਹੁੰਦੇ? ਜਿਹੜੇ ਐਕਟਰ ਹੁੰਦੇ ਨੇ ਜਿਨ੍ਹਾਂ ਨੇ ਅਭਿਨੈ ਕਰਨਾ ਹੁੰਦਾ। ਕਥਾਨਕ ਤੋਂ ਬਾਅਦ ਪਾਤਰ ਅਤੇ ਪਾਤਰ ਉਸਾਰੀ ਨਾਟਕ ਦੇ ਪ੍ਰਮੁੱਖ ਰਚਨਾਤਮਕ ਤੱਤ ਹਨ। ਨਾਟਕ ਵਿੱਚ ਜਿਹੜੇ ਇਸਤਰੀ ਪੁਰਸ਼ ਕਾਰਜ ਪੇਸ਼ ਕਰਦੇ ਹਨ ਉਹਨਾਂ ਨੂੰ ਟੈਕਸਟ ਵਿੱਚ ਪਾਤਰ ਕਿਹਾ ਜਾਂਦਾ, ਠੀਕ ਹੈ ਨਾ। ਨਾਟਕ ਵਿੱਚ ਅਨੇਕਾਂ ਪਾਤਰ ਹੋ ਸਕਦੇ ਹਨ। ਪਾਤਰ ਵਿਹੀਨ ਕੋਈ ਨਾਟਕ ਨਹੀਂ ਹੋ ਸਕਦਾ ਬੱਚੋ। ਨਾਟਕ ਹੀ ਨਹੀਂ ਹੋ ਜੇ ਪਾਤਰ ਹੀ ਨਹੀਂ ਹੋਣਗੇ, ਐਕਟਰ ਹੀ ਨਹੀਂ ਹੋਣਗੇ, ਉੱਥੇ ਨਾਟਕ ਕਿੱਦਾਂ? ਇੱਕ ਬੰਦਾ ਤਾਂ ਬੋਲ ਕੇ ਨਾਟਕ ਪੇਸ਼ ਹੀ ਨਹੀਂ ਕਰ ਸਕਦਾ। ਇਹਨਾਂ ਪਾਤਰਾਂ ਦੇ ਆਸਰੇ ਹੀ ਨਾਟਕ ਦੀ ਕਹਾਣੀ ਦੀ ਬੁਣਤੀ ਕੀਤੀ ਜਾਂਦੀ ਹੈ ਅਤੇ ਕਥਾ ਵਸਤੂ ਦੀ ਸਿਰਜਣਾ ਹੁੰਦੀ ਹੈ। ਨਾਟਕ ਦਾ ਪ੍ਰਧਾਨ ਪੁਰਸ਼ ਪਾਤਰ ਨਾਇਕ ਹੁੰਦਾ ਹੈ, ਠੀਕ ਹੈ ਨਾ। ਜਿਹੜਾ ਪੂਰਾ ਪ੍ਰਧਾਨ ਹੁੰਦਾ ਨਾਟਕ ਦਾ ਉਹ ਨਾਇਕ ਹੁੰਦਾ ਅਤੇ ਇਸਤਰੀ ਪਾਤਰ ਨਾਇਕਾ ਹੁੰਦੀ ਹੈ। ਨਾਇਕ ਦਾ ਵਿਰੋਧੀ ਪ੍ਰਤੀਨਾਇਕ ਹੁੰਦਾ, ਜਿਹਨੂੰ ਵਿਲਨ ਕਹਿ ਦਿੰਦੇ ਆਪਾਂ। ਇੱਕ ਐਕਟਰ ਹੁੰਦਾ ਨਾ ਫਿਲਮ ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਅਤੇ ਇੱਕ ਵਿਲਨ ਹੁੰਦਾ, ਉਹੀ ਉਹਨੂੰ ਹੀਰੋ ਬਣਾਉਂਦਾ। ਜੇ ਵਿਲਨ ਹੀ ਨਾ ਹੋਵੇ ਨਾਟਕ ਦੇ ਵਿੱਚ ਹੀਰੋ ਬਣ ਹੀ ਨਹੀਂ ਸਕਦਾ। ਜੇ ਹੀਰੋ ਦੇ ਸਾਹਮਣੇ ਮੁਸ਼ਕਲਾਂ ਆਉਂਦੀਆਂ ਨੇ ਤਾਂ ਹੀ ਉਹ ਹੀਰੋ ਆ। ਅਤੇ ਮੁਸ਼ਕਲਾਂ ਕੌਣ ਪੈਦਾ ਕਰਦਾ ਹੈ? ਉਹ ਜੋ ਖਲਨਾਇਕ ਹੁੰਦਾ ਹੈ, ਠੀਕ ਹੈ ਨਾ। ਸੰਸਕ੍ਰਿਤ ਦੇ ਜਿਹੜੇ ਨਾਟਕਾਂ ਵਿੱਚ ਵਿਦੂਸ਼ਕ ਇੱਕ ਹੋਰ ਹਸਾਉਣਾ ਪਾਤਰ ਹੁੰਦਾ ਹੈ। ਵਿਦੂਸ਼ਕ ਨਾਂ ਦਾ ਬੰਦਾ ਹੁੰਦਾ, ਉਹ ਕੋਈ ਵੀ ਹੋ ਸਕਦਾ ਪਾਤਰ, ਉਹ ਹਸਾਉਣਾ ਪਾਤਰ ਹੁੰਦਾ। ਅਰਸਤੂ ਨੇ ਪਲਾਟ ਜਾਂ ਕਥਾਨਕ ਨੂੰ ਸਾਹਿਤ ਦਾ ਕੇਂਦਰੀ ਤੱਤ ਮੰਨਿਆ ਹੈ, ਪਰ ਆਧੁਨਿਕ ਆਲੋਚਕਾਂ ਨੇ ਪਾਤਰ ਉਸਾਰੀ ਨੂੰ ਵੀ ਕੋਈ ਘੱਟ ਮਹੱਤਵ ਨਹੀਂ ਦਿੱਤਾ। ਪਾਤਰਾਂ ਦੇ ਜ਼ਰੀਏ ਨਾਟਕੀ ਘਟਨਾਵਾਂ ਘਟਦੀਆਂ ਹਨ ਅਤੇ ਪਾਤਰਾਂ ਦੀ ਚਰਿੱਤਰ ਉਸਾਰੀ ਵੀ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇਉਂ ਪਾਤਰਾਂ ਦੇ ਮਾਧਿਅਮ ਦੁਆਰਾ ਕਥਾਨਕ ਦੀ ਸਿਰਜਣਾ ਹੁੰਦੀ ਹੈ। ਇਸ ਪ੍ਰਕਾਰ ਨਾਟਕ ਦੀ ਰਚਨਾ ਵਿੱਚ ਪਾਤਰ ਦਾ ਸੰਕਲਪ ਬਹੁਤ ਮਹੱਤਵਪੂਰਨ ਹੈ।
ਤੇ ਨਾਟਕ ਦੇ ਪਾਤਰ ਜਿਉਂਦੇ ਜਾਗਦੇ ਹੋਣੇ ਚਾਹੀਦੇ ਹਨ, ਜਿਹੜੇ ਸਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਮਿਲ ਸਕਦੇ ਹੋਣ। ਪਾਤਰਾਂ ਦੀ ਸ਼ਖਸੀਅਤ, ਪਹਿਰਾਵਾ, ਗੱਲਬਾਤ ਕਰਨ ਦਾ ਅੰਦਾਜ਼, ਉਹਨਾਂ ਦੇ ਕਾਰ ਵਿਹਾਰ ਅਤੇ ਉਹਨਾਂ ਦੇ ਨਾਮਕਰਨ ਜ਼ਿੰਦਗੀ ਦੇ ਨੇੜੇ ਲੱਗਣੇ ਚਾਹੀਦੇ ਹਨ, ਜਿਹੜੇ ਅਸਲੀਅਤ ਦੀ ਝਲਕ ਪੈਦਾ ਕਰਦੇ ਹੋਣ। ਜਿਵੇਂ ਆਪਾਂ ਗੱਲ ਕੀਤੀ ਸੀ ਮੁਗਲ ਕਾਲ ਦੇ ਵਿੱਚ ਪੋਸ਼ਾਕ ਵੀ ਉਹਨਾਂ ਵਰਗੀ ਹੋਵੇ, ਨਾ ਕਿ ਜਿਹੜੇ ਮੁਗਲ ਨੇ ਉਹ ਪੈਂਟ ਸ਼ਰਟ ਪਾ ਕੇ ਘੁੰਮਣ, ਹੈ ਨਾ, ਅਤੇ ਦਰਸ਼ਕ ਨੂੰ ਉਠਾ ਕੇ ਕਲਾ ਸੰਸਾਰ ਵਿੱਚ ਲੈ ਜਾਣ, ਉੱਥੋਂ ਹੀ ਦੁਨੀਆ ਦੇ ਵਿੱਚ ਲੈ ਜਾਣ, ਹੈ ਨਾ। ਨਾਟਕ ਦੇ ਪ੍ਰਧਾਨ ਪਾਤਰ ਨੂੰ ਨਾਇਕ ਕਿਹਾ ਜਾਂਦਾ ਹੈ। ਇਸੇ ਨੂੰ ਸੰਸਕ੍ਰਿਤ ਵਿੱਚ ਨਾਟਕਕਾਰ ਨੇਤਾ ਕਹਿੰਦੇ ਹਨ, ਹੈ ਨਾ। ਪ੍ਰਾਚੀਨ ਧਾਰਨਾ ਦੇ ਅਨੁਸਾਰ ਹੀਰੋ ਨਾਟਕ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਾਜ਼ਰ ਰਹਿੰਦਾ ਹੈ। ਬਾਕੀ ਪਾਤਰ ਆਉਂਦੇ ਜਾਂਦੇ ਰਹਿੰਦੇ ਨੇ, ਪਰ ਹੀਰੋ ਹਾਜ਼ਰ ਰਹਿੰਦਾ ਹੈ। ਪਰ ਅੱਜ ਭੌਤਿਕ ਯੁੱਗ ਵਿੱਚ ਅਜਿਹੀ ਪਾਬੰਦੀ ਜਾਂ ਪ੍ਰਤੀਬੰਧ ਲਾਜ਼ਮੀ ਨਹੀਂ ਹੈ। ਨਾਇਕ ਪਾਤਰ ਹੀ ਨਾਟਕੀ ਕਥਾ ਵਸਤੂ ਦਾ ਕੇਂਦਰ ਬਿੰਦੂ ਹੈ, ਜਿਸ ਦੇ ਇਰਦ ਗਿਰਦ ਸਾਰੀਆਂ ਘਟਨਾਵਾਂ ਉਣੀਆਂ ਬੁਣੀਆਂ ਜਾਂਦੀਆਂ ਹਨ। ਨਾਟਕ ਦੇ ਸੰਸਕ੍ਰਿਤ ਵਿਦਵਾਨਾਂ ਨੇ ਜੋ ਨਾਇਕ ਹੈ ਦੇ ਕੁਝ ਜ਼ਰੂਰੀ ਗੁਣ ਨਿਰਧਾਰਿਤ ਕੀਤੇ ਹਨ। ਉਹਨਾਂ ਦੇ ਅਨੁਸਾਰ ਨਾਇਕ ਸਿਆਣਾ, ਬੁੱਧੀਮਾਨ, ਉਤਸ਼ਾਹੀ, ਬੋਲਣ ਵਿੱਚ ਚਤੁਰ, ਕਾਰਜਕੁਸ਼ਲ, ਮਿੱਠ ਬੋਲਾ, ਹਰਮਨ ਪਿਆਰਾ, ਕਲਾ ਪ੍ਰੇਮੀ, ਸੂਰਬੀਰ, ਤੇਜ ਪ੍ਰਤਾਪੀ ਹੋਣਾ ਚਾਹੀਦਾ ਹੈ। ਨਾਇਕ ਕੁਲੀਨ ਹੋਵੇ, ਕੋਈ ਰਾਜਾ ਜਾਂ ਵੀਰ ਪੁਰਸ਼ ਹੋਵੇ। ਆਧੁਨਿਕ ਨਾਟਕ ਹੁਣ ਕਾਫੀ ਹੱਦ ਤੱਕ ਸੁਤੰਤਰ ਹਨ। ਪਹਿਲਾਂ ਦੀ ਗੱਲ ਕੀਤੀ ਹੈ ਬੱਚੋ ਵੀ ਰਾਜੇ ਹੋਣ, ਵੱਡੇ ਵੱਡੇ ਇਸ ਤਰ੍ਹਾਂ ਦੇ ਹੋਣ, ਪਰ ਹੁਣ ਅੱਜ ਕੱਲ੍ਹ ਕੋਈ ਉਹ ਨਹੀਂ ਹੈ, ਖੁੱਲ੍ਹ ਹੈ। ਅਜੋਕਾ ਨਾਟਕਕਾਰ ਕਿਸੇ ਸ਼ਰਾਬੀ, ਜੂਏਬਾਜ਼, ਦੁਰਾਚਾਰੀ ਜਾਂ ਭ੍ਰਿਸ਼ਟਾਚਾਰੀ ਨੂੰ ਵੀ ਨਾਇਕ ਵਜੋਂ ਚਿਤਰਿਤ ਕਰ ਸਕਦਾ ਹੈ। ਨਾਇਕ ਤੋਂ ਇਲਾਵਾ ਨਾਟਕ ਵਿੱਚ ਵੀ ਕਈ ਤਰ੍ਹਾਂ ਦੇ ਪਾਤਰ ਹੋ ਸਕਦੇ ਹਨ, ਜਿਹੜੇ ਅਸਲ ਵਿੱਚ ਮੁੱਖ ਕਹਾਣੀ ਨੂੰ ਗਤੀਸ਼ੀਲ ਬਣਾਉਣ ਵਿੱਚ ਜਾਂ ਨਾਇਕ ਦੇ ਚਰਿੱਤਰ ਨੂੰ ਜਾਂ ਨਾਟਕ ਦੇ ਉਦੇਸ਼ ਨੂੰ ਉਜਾਗਰ ਕਰਨ ਵਿੱਚ ਸਹਾਇਤਾ ਕਰਦੇ ਹਨ। ਠੀਕ ਹੈ ਨਾ ਬੱਚੋ। ਪਹਿਲਾਂ ਆਪਾਂ ਕੀ ਪੜ੍ਹਿਆ ਸੀ? ਪਹਿਲਾਂ ਆਪਾਂ ਪੜ੍ਹਿਆ ਸੀ ਕਥਾਨਕ ਪੜ੍ਹਿਆ ਸੀ, ਪਰ ਉਸ ਤੋਂ ਬਾਅਦ ਫਿਰ ਆਪਾਂ ਦੂਜੇ ਨੰਬਰ 'ਤੇ ਕੀ ਪੜ੍ਹਿਆ? ਪਾਤਰ। ਠੀਕ ਹੈ। ਹੁਣ ਪਾਤਰ ਉਸਾਰੀ ਕੀ ਹੈ? ਜਿੱਥੇ ਤੱਕ ਪਾਤਰ ਉਸਾਰੀ ਦਾ ਤਅਲਕ ਹੈ, ਇਸ ਨੂੰ ਅੱਜ ਕੱਲ੍ਹ ਦੇ ਨਾਟਕੀ ਵਿਧਾਨ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ। ਪਾਤਰ ਉਸਾਰੀ ਵਿੱਚ ਵਿਭਿੰਨ ਪਾਤਰਾਂ ਦੀਆਂ ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਪਰਿਸਥਿਤੀਆਂ ਨੂੰ ਚਿਤਰਿਤ ਕੀਤਾ ਜਾਂਦਾ ਹੈ, ਤਾਂ ਜੋ ਪਾਤਰਾਂ ਦੀਆਂ ਲੋਕਾਰਥੀ ਅਤੇ ਸਵਾਰਥੀ ਮਨੋਵਿਰਤੀਆਂ ਉਜਾਗਰ ਕਰ ਸਕਣ ਅਤੇ ਉਹ ਜੀਵਨ ਤੇ ਜਗਤ ਦੇ ਸਾਹਮਣੇ ਕੋਈ ਆਦਰਸ਼ ਉਪਸਥਿਤ ਕਰ ਸਕਣ। ਨਾਟਕਾਂ ਵਿੱਚ ਯਥਾਰਥਕ ਮਾਹੌਲ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਨਾਟਕੀ ਪਾਤਰਾਂ ਦੇ ਅੰਦਰਲੇ ਅਤੇ ਬਾਹਰਲੇ ਗੁਣ ਔਗਣ ਵੱਖ-ਵੱਖ ਨਾਟਕੀ ਤਰੀਕਿਆਂ ਨਾਲ ਪੇਸ਼ ਕੀਤੇ ਜਾਣ, ਤਾਂ ਜੋ ਉਹ ਜੀਵਨ ਦੀ ਕਲਾਤਮਿਕ ਨਕਲ ਹੁੰਦੇ ਹੋਏ ਵੀ ਅਸਲ ਤੋਂ ਵੱਧ ਪ੍ਰਭਾਵਸ਼ਾਲੀ ਬਣ ਸਕਣ। ਇਸ ਲਈ ਨਾਟਕਕਾਰ ਆਪਣੇ ਪਾਤਰਾਂ ਨੂੰ ਸੁਹਿਰਦ ਅਤੇ ਸੰਘਰਸ਼ਮਈ ਪਰਿਸਥਿਤੀਆਂ ਵਿੱਚ ਸਥਾਪਿਤ ਕਰਕੇ ਉਹਨਾਂ ਦੀ ਕਿਰਿਆਵਾਂ, ਪ੍ਰਤੀਕਿਰਿਆਵਾਂ ਦੇ ਰਾਹੀਂ ਚਿਤਰਨ ਵੱਲ ਧਿਆਨ ਕੇਂਦਰਿਤ ਕਰਦਾ ਹੈ ਅਤੇ ਆਪਣੀ ਕਲਾ ਕਿਰਤੀ ਨੂੰ ਜ਼ਿੰਦਗੀ ਵਾਂਗੂ ਮਗਦੀ ਰੱਖਣਾ ਲੋਚਦਾ ਹੈ। ਇਹ ਬਹੁ ਪਸਾਰੀ ਉਦੇਸ਼ ਨੂੰ ਮੁੱਖ ਰੱਖ ਕੇ ਨਾਟਕਕਾਰ ਪਾਤਰ ਉਸਾਰੀ ਦੇ ਕਿਰਿਆਤਮਕ ਪਹਿਲੂਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੁੰਦਾ ਹੈ। ਪਾਤਰ ਉਸਾਰੀ ਦੀ ਵਚਨਬੱਧਤਾ ਲਈ ਨਾਟਕਕਾਰ ਆਪਣੇ ਨਾਟਕਾਂ ਵਿੱਚ ਪਾਤਰ ਦੇ ਚਰਿੱਤਰ ਨੂੰ 2 ਜਾਂ 3 ਤਰੀਕਿਆਂ ਨਾਲ ਉਸਾਰਨ ਲਈ ਸਰਗਰਮ ਹੁੰਦਾ ਹੈ। ਇਹਨਾਂ ਤਰੀਕਿਆਂ ਜਾਂ ਵਿਧਾਨਿਕ ਯੁਕਤਾਂ ਵਿੱਚ ਸਭ ਤੋਂ ਪ੍ਰਮੁੱਖ 2 ਯੁਕਤਾਂ ਹਨ। ਇੱਕ ਤਾਂ ਪਾਤਰਾਂ ਦੇ ਕਾਰਜ ਤੇ ਵਿਹਾਰ, ਤੇ ਦੂਜੀ ਪਾਤਰਾਂ ਦੇ ਸੰਵਾਦ ਤੇ ਵਾਰਤਾਲਾਪ। ਠੀਕ ਹੈ ਨਾ, ਕੰਮ ਹੋ ਗਏ ਪਾਤਰਾਂ ਦੇ, ਤੇ ਦੂਜੇ ਉਹਨਾਂ ਦੇ ਜਿਹੜੇ ਵਾਰਤਾਲਾਪ ਨੇ। ਤੀਜੀ ਯੁਕਤ ਦੀ ਗੱਲ ਵੀ ਕੀਤੀ ਜਾਂਦੀ ਹੈ, ਉਹ ਹੈ ਰਚਨਕਾਰ ਵੱਲੋਂ ਪਾਤਰਾਂ ਬਾਰੇ ਸਿੱਧਾ ਸਪਾਟ ਵਰਣਨ। ਠੀਕ ਹੈ, ਟੀਕਾ ਟਿੱਪਣੀਆਂ। ਤੀਜੀ ਯੁਕਤ ਨਾਵਲ ਕਹਾਣੀ ਵਿੱਚ ਤਾਂ ਸੰਭਵ ਹੈ, ਪਰ ਨਾਟਕਾਂ ਵਿੱਚ ਸੰਭਵ ਨਹੀਂ, ਕਿਉਂਕਿ ਇੱਥੇ ਨਾਟਕਕਾਰ ਸਾਹਮਣੇ ਹਾਜ਼ਰ ਨਹੀਂ ਹੁੰਦਾ, ਓਹਲੇ ਰਹਿ ਕੇ ਹੀ ਨਾਟਕ ਦੀ ਸਾਰੀ ਗਤੀਵਿਧੀ ਨੂੰ ਪ੍ਰੇਰਿਤ ਕਰਦਾ ਹੈ। ਇਸ ਲਈ ਉਪਰੋਕਤ 2 ਯੁਕਤਾਂ ਨੇ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਬੱਚੋ। ਠੀਕ ਹੈ, ਨਾਟਕ ਵਿੱਚ ਪਾਤਰ ਖੁਦ ਅਜਿਹੀਆਂ ਵਿਖਮ ਪਰਿਸਥਿਤੀਆਂ ਵਿੱਚੋਂ ਲੰਘਦੇ ਹਨ ਜਿੱਥੇ ਉਹਨਾਂ ਦੇ ਕਾਰਜ ਭਾਵ ਐਕਸ਼ਨ ਅਤੇ ਪ੍ਰਤੀਕਿਰਿਆ ਉਹਨਾਂ ਦੇ ਕਿਰਦਾਰ ਤੇ ਆਚਾਰ ਨੂੰ ਉਜਾਗਰ ਕਰ ਜਾਂਦੇ ਹਨ, ਉਹਨਾਂ ਦੇ ਚਰਿੱਤਰ ਨੂੰ ਰੌਸ਼ਨ ਕਰ ਜਾਂਦੇ ਹਨ। ਇਹ ਪਾਤਰ ਉਸਾਰੀ ਦੀ ਕਾਰਜ ਵਿਧੀ ਹੈ। ਪਾਤਰ ਉਸਾਰੀ ਦੀ ਦੂਜੀ ਵਿਧਾਨਿਕ ਯੁਕਤ ਸੰਵਾਦ ਜਾਂ ਵਾਰਤਾਲਾਪ ਹੈ। ਨਾਟਕ ਦੀਆਂ ਵੱਖ-ਵੱਖ
ਜੋ ਹਾਲਤਾਂ ਹਨ ਹੈ ਨਾ ਅਤੇ ਸਥਿਤੀਆਂ ਵਿੱਚ ਵੱਖ-ਵੱਖ ਜਿਹੜੇ ਪਾਤਰ ਨੇ ਉਹ ਆਪਸ ਦੇ ਵਿੱਚ ਕੀ ਕਰਦੇ ਨੇ ਬੱਚਿਓ, ਗੱਲਬਾਤ ਤੇ ਵਾਰਤਾਲਾਪ ਕਰਦੇ ਦਿਖਾਏ ਜਾਂਦੇ ਹਨ। ਇਸ ਵਾਰਤਾਲਾਪ ਦੀ ਕਿਰਿਆ ਰਾਹੀਂ ਕਿਸੇ ਪਾਤਰ ਦਾ ਚਰਿੱਤਰ ਉਘੜਦਾ ਹੈ ਅਤੇ ਉਸਦੇ ਸ਼ਖਸੀ ਗੁਣ ਔਗਣ ਹਾਜ਼ਰ ਹੁੰਦੇ ਹਨ। ਬੋਲਚਾਲ ਇੱਕ ਅਜਿਹੀ ਸੁਭਾਵਿਕ ਕਿਰਿਆ ਹੈ ਜਿਸ ਰਾਹੀਂ ਹਰ ਵਿਅਕਤੀ ਦਾ ਨਿੱਜੀ ਆਪਾ ਪ੍ਰਗਟ ਹੁੰਦਾ ਹੈ। ਇਹ ਇੱਕ ਵਿਸ਼ਵ ਪ੍ਰਸਿੱਧ ਸਿਧਾਂਤ ਹੈ। ਤੇ ਬੜਾ ਵਧੀਆ ਲਿਖਿਆ ਬੱਚਿਓ। ਬਸ ਆਪਾਂ ਸਧਾਰਨ ਗੱਲ ਇਹੀ ਜਾਣਨੀ ਹੈ ਵੀ ਜਿਹੜੇ ਪਾਤਰ ਰੱਖੇ ਜਾਂਦੇ ਨੇ, ਜਿਹੜਾ ਵਧੀਆ ਪਾਤਰ ਆ ਨਾਇਕ ਆਪਣਾ ਹੈ ਨਾ, ਤਾਂ ਉਹ ਨਾਇਕ ਦੀ ਜਿਹੜੀ ਬੋਲੀ ਆ, ਬੋਲੀ ਤੋਂ ਉਸਦਾ ਨਾਇਕ ਬਣਦਾ ਹੈ ਅਤੇ ਉਸਦੇ ਜਿਹੜੇ ਕੰਮ ਨੇ, ਠੀਕ ਹੈ, ਉਸ ਤੋਂ ਉਹ ਨਾਇਕ ਬਣਦਾ। ਬੋਲੀ ਵਧੀਆ ਹੋਣੀ ਚਾਹੀਦੀ, ਇਹ ਨਹੀਂ ਹੈਗਾ ਵੀ ਨਾਇਕ ਗਾਲਾਂ ਕੱਢੀ ਜਾਂਦਾ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਆਪਣਾ ਕੰਮ ਨੇ, ਨਾਇਕ ਜਿੰਨਾ ਮਰਜ਼ੀ ਵਧੀਆ ਬੋਲੀ ਜਾ, ਪਰ ਕੰਮ ਵੀ ਹੋਣੇ ਚਾਹੀਦੇ ਨੇ ਅਤੇ ਕੰਮ ਵੀ ਬਹੁਤ ਜ਼ਰੂਰੀ ਹੁੰਦੇ ਹਨ, ਠੀਕ ਹੈ ਨਾ। ਅਤੇ ਅੱਗੇ ਆ ਗਿਆ ਬੱਚੋ ਵਾਰਤਾਲਾਪ, ਠੀਕ ਹੈ। ਦੇਖੋ ਕਹਾਣੀ ਵੀ ਆ ਗਈ ਆਪਣੇ ਕੋਲ, ਪਾਤਰ ਵੀ ਆ ਗਏ ਅਤੇ ਪਾਤਰਾਂ ਦੇ ਅੱਗੇ ਵਾਰਤਾਲਾਪ ਜਿਹੜੇ ਡਾਇਲੋਗ, ਸੰਵਾਦ, ਜਿਹੜੀ ਗੱਲਬਾਤ ਕਰਦੇ ਨੇ, ਠੀਕ ਹੈ। ਵਾਰਤਾਲਾਪ ਨਾਟਕ ਕਲਾ ਦਾ ਇੱਕ ਹੋਰ ਮਹੱਤਵਪੂਰਨ ਰਚਨਾਤਮਕ ਤੱਤ ਹੈ। ਅਸਲ ਵਿੱਚ ਨਾਟਕ ਦਾ ਸਾਰਾ ਵਜੂਦ ਹੀ ਵਾਰਤਾਲਾਪ ਉੱਤੇ ਉਸਰਦਾ ਹੈ। ਵਾਰਤਾਲਾਪ ਦੀ ਬਦੌਲਤ ਹੀ ਨਾਟਕ ਵਿੱਚ ਕਥਾ ਵਸਤੂ ਦਾ ਵਿਕਾਸ ਗਤੀਸ਼ੀਲ ਹੁੰਦਾ ਹੈ। ਕਹਾਣੀ ਵੀ ਆ ਗਈ ਆਪਣੇ ਕੋਲ, ਠੀਕ ਹੈ, ਅਤੇ ਹੀਰੋ ਹੀਰੋਇਨ ਐਕਟਰ ਵੀ ਹੈਗੇ ਨੇ, ਪਰ ਜਦੋਂ ਕੁਝ ਬੋਲਦੇ ਹੀ ਨਹੀਂ ਬੱਚੋ ਫਿਰ ਉਹ ਆਪਾਂ ਨੂੰ ਵਧੀਆ ਨਹੀਂ ਨਾ ਲੱਗਣਾ। ਸੋ ਇਸ ਕਰਕੇ ਡਾਇਲੋਗ, ਵਾਰਤਾਲਾਪ ਹੋਣੇ ਬਹੁਤ ਜ਼ਰੂਰੀ ਨੇ। ਵਾਰਤਾਲਾਪ ਦੀ ਬਦੌਲਤ ਹੀ ਨਾਟਕ ਵਿੱਚ ਕਥਾ ਵਸਤੂ ਦਾ ਵਿਕਾਸ ਗਤੀਸ਼ੀਲ ਹੁੰਦਾ ਹੈ ਅਤੇ ਨਾਟਕੀ ਗੁਣਾਂ ਦੀ ਸਥਾਪਨਾ ਹੁੰਦੀ ਹੈ। ਵਾਰਤਾਲਾਪ ਸਮੂਹਿਕ ਕਿਰਿਆ ਹੈ। ਇਕੱਲਾ ਕਹਿਰਾ ਪਾਤਰ ਸੰਵਾਦ ਨਹੀਂ ਕਰ ਸਕਦਾ ਬੱਚਿਓ। ਇਕੱਲਾ ਬੰਦਾ ਕਿੰਨੇ ਕੁ ਡਾਇਲੋਗ ਬੋਲੂਗਾ, ਇਸ ਕਰਕੇ ਸਮੂਹਿਕ ਹੈ। ਇੱਕ ਬੰਦਾ ਗੱਲ ਕਰਦਾ, ਦੂਜਾ ਕਰਦਾ ਹੈ, ਸਮੂਹਿਕ ਹੈ, ਕਾਫੀ ਜਣਿਆਂ ਦਾ ਕੰਮ ਹੈ। ਇੱਥੇ ਇਹ ਇੱਕ ਵਿਰੋਧਾਭਾਸ ਹੈ ਕਿ ਨਾਟਕਕਾਰ ਆਪਣੇ ਆਪ ਨੂੰ ਵਾਰਤਾਲਾਪ ਵਿੱਚੋਂ ਖਾਰਜ ਕਰਕੇ ਵਿਭਿੰਨ ਪਾਤਰਾਂ ਦੀ ਸੰਵਾਦ ਸ਼ੈਲੀ ਅਤੇ ਉਹਨਾਂ ਦੀ ਜਿਹੜੀ ਵਾਰਤਾਲਾਪ ਦੇ ਪੱਧਰ ਨੂੰ ਹੀ ਪ੍ਰਸਤੁਤ ਕਰਦਾ ਹੈ। ਨਾਟਕਕਾਰ ਖੁਦ ਨਹੀਂ ਆਉਂਦਾ ਹੈਗਾ, ਉਹ ਡਾਇਲੋਗ ਜਿਹੜੇ ਪਾਤਰ ਹੁੰਦੇ ਨੇ ਉਹਨਾਂ ਤੋਂ ਬੁਲਵਾਉਂਦਾ, ਕਿਉਂਕਿ ਨਾਟਕਕਾਰ ਵਾਰਤਾਲਾਪ ਵਿੱਚ ਕੋਈ ਹਿੱਸਾ ਨਹੀਂ ਲੈਂਦਾ, ਠੀਕ ਹੈ ਨਾ, ਭਾਵੇਂ ਵਾਰਤਾਲਾਪ ਉਸ ਦੀ ਪ੍ਰਤਿਭਾ ਦਾ ਹੀ ਕ੍ਰਿਸ਼ਮਾ ਹੁੰਦੀ ਹੈ। ਨਾਟਕਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਇਸ ਕਿਸਮ ਦੀ ਜੋ ਵਾਰਤਾਲਾਪ ਸਿਰਜਿਤ ਕਰੇ ਜਿਹੜੀ ਕਿ ਪਾਤਰਾਂ ਦੀ ਉਮਰ, ਪੜ੍ਹਾਈ, ਪਦਵੀ ਅਤੇ ਉਸ ਦੇ ਨਾਟਕ ਵਿੱਚ ਕੀਤੇ ਜਾ ਰਹੇ ਰੋਲ ਦੇ ਅਨੁਕੂਲ ਹੋਵੇ, ਠੀਕ ਹੈ ਨਾ ਬੱਚੋ। ਜਿਵੇਂ ਹੁਣ ਆਪਾਂ ਮੁਗਲਾਂ ਦੀ ਉਦਾਹਰਨ ਲੈਂਦੇ ਹਾਂ ਵੀ ਮੁਗਲ ਭਾਸ਼ਾ ਹੀ ਹੋਵੇ ਉਹਨਾਂ ਦੀ, ਹੈ ਨਾ, ਉਸ ਵਿੱਚ ਹੀ ਗੱਲ ਕਰਦੇ, ਹੁਣ ਇਹ ਨਾ ਹੋਵੇ ਵੀ ਉਹ ਅੰਗਰੇਜ਼ੀ 'ਚ ਗੱਲ ਕਰਨ, ਇਸ ਕਰਕੇ ਪਾਤਰਾਂ ਦੇ ਹਿਸਾਬ ਨਾਲ ਜਿਹੜੇ ਵਾਰਤਾਲਾਪ ਹੋਣੇ ਚਾਹੀਦੇ ਨੇ ਭਾਸ਼ਾ। ਅਤੇ ਵਾਰਤਾਲਾਪ ਸੁਭਾਵਿਕ ਹੋਣੀ ਚਾਹੀਦੀ ਹੈ, ਬਨਾਵਟੀ ਨਾ ਹੋਵੇ, ਵੀ ਅਲੱਗ ਜਿਹੀ ਨਾ ਲੱਗੇ, ਵੀ ਵਧੀਆ ਲੱਗੇ, ਨਹੀਂ ਤਾਂ ਨਾਟਕ ਜਿਹੜੇ ਰਸ ਭੰਗ ਹੋ ਜਾਂਦਾ, ਵੀ ਮਤਲਬ ਉਹ ਵਧੀਆ ਨਹੀਂ ਲੱਗਦਾ ਅਤੇ ਦਰਸ਼ਕਾਂ ਨੂੰ ਅਕੇਵਾਂ ਵੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਜੇ ਦਰਸ਼ਕ ਉੱਭ ਜਾਂਦੇ ਹਨ ਤਾਂ ਨਾਟਕ ਅਸਫਲ ਹੋ ਜਾਂਦਾ ਹੈ। ਨਾਟਕ ਉਹੀ ਹੁੰਦਾ ਬੱਚਿਓ, ਫਿਲਮ ਉਹੀ ਹੁੰਦੀ ਹੈ ਜਿਹੜੀ ਆਪਾਂ ਨੂੰ ਵਧੀਆ ਲੱਗੇ, ਠੀਕ ਹੈ। ਜੇ ਨਹੀਂ ਵਧੀਆ ਲੱਗਦੀ ਤਾਂ ਉਹ ਅਸਫਲ ਹੋ ਜਾਂਦਾ, ਠੀਕ ਹੈ। ਨਾਟਕੀ ਵਾਰਤਾਲਾਪ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਨਾਟਕਕਾਰ ਭਾਸ਼ਾ ਪ੍ਰਤੀ ਪੂਰਾ ਚੇਤਨ ਹੋਵੇ ਅਤੇ ਸੰਬੰਧਿਤ ਭਾਸ਼ਾ ਹੋਵੇ, ਠੀਕ ਹੈ। ਇਹ ਨਾ ਹੋ ਸੰਬੰਧਿਤ ਮਤਲਬ ਜਿਹੜਾ ਨਾਟਕ ਹੈ ਮੁਗਲ ਤਾਂ ਮੁਗਲਾਂ ਦੀ ਭਾਸ਼ਾ ਹੀ ਹੋਵੇ। ਨਾਟਕੀ ਵਾਰਤਾਲਾਪ ਕੀ ਹੈ? ਅਸਲ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੇ ਵਹਿਣ ਵਿੱਚੋਂ ਪਾਤਰਾਂ ਦੇ ਅਨੁਸਾਰ ਚੁਣਿਆ ਅਤੇ ਘੜਿਆ ਹੋਇਆ ਬੋਲੀ ਦਾ ਅੰਸ਼ ਹੀ ਵਾਰਤਾਲਾਪ ਹੈ। ਕੋਈ ਸਿੱਧ ਹਸਤ ਨਾਟਕਕਾਰ ਹੀ ਵਾਰਤਾਲਾਪ ਦੇ ਲਈ ਭਾਸ਼ਾ ਦੀ ਚੋਣ ਕਰਨ ਦੇ ਵਿੱਚ ਕੁਸ਼ਲ ਹੋ ਸਕਦਾ ਹੈ, ਠੀਕ ਹੈ ਬੱਚੋ। ਅਤੇ ਜਿਸ ਵਿੱਚੋਂ ਨਾਟਕ ਦੀ ਸਮੁੱਚੀ ਰੂਹ ਝਲਕਦੀ ਦਿਸ ਪੈਂਦੀ ਹੈ। ਜੇਕਰ ਨਾਟਕ ਦੀ ਆਤਮਾ ਨੂੰ ਦਰਸ਼ਕਾਂ ਦੇ ਮਨ ਮਸਤਕ ਉੱਤੇ ਸਹੀ ਅਰਥਾਂ ਵਿੱਚ ਅਸਰ ਅੰਦਾਜ਼ ਕਰਨਾ ਹੋਵੇ ਤਾਂ ਨਾਟਕੀ ਵਾਰਤਾਲਾਪ ਵਿੱਚ ਨਾਟਕੀ, ਚੁਸਤ, ਠੇਠ, ਰਸਮਈ, ਰਮਜ਼ ਭਰਪੂਰ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ ਜੋ ਗੱਲਬਾਤ ਹੈ ਉਹਨਾਂ ਦੀ, ਠੀਕ ਹੈ। ਨਾਟਕ ਵਿੱਚ ਕਈ ਤਰ੍ਹਾਂ ਦੀਆਂ ਝਾਕੀਆਂ ਹੁੰਦੀਆਂ ਹਨ। ਝਾਕੀਆਂ ਮਤਲਬ ਕਦੇ ਕਿਹੜੀ ਝਾਕੀ, ਖੇਤਾਂ ਦਾ ਰੋਲ ਆ ਜਾਂਦਾ, ਫਿਰ ਕਦੇ ਘਰ ਦਾ ਆ ਜਾਂਦਾ, ਇਹ ਝਾਕੀਆਂ ਹੁੰਦੀਆਂ ਨੇ। ਝਾਕੀਆਂ ਦੇ ਨਕਲ ਵਾਰਤਾਲਾਪ ਹੋਣੇ ਚਾਹੀਦੇ ਨੇ। ਇਹ ਨਹੀਂ ਹੈਗਾ ਮਤਲਬ ਵੀ ਖੇਤਾਂ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਦੋਂ ਹੋਰ ਭਾਸ਼ਾ ਹੁੰਦੀ ਹੈ, ਘਰ ਦੇ ਵਿੱਚ ਵੀ ਆਪਾਂ ਉੱਦਾਂ ਨਹੀਂ ਵਰਤ ਸਕਦੇ। ਜਿਵੇਂ ਵੀਰ ਅਸੀਂ ਝਾਕੀਆਂ ਵਿੱਚ ਵਾਰਤਾਲਾਪ ਭਾਸ਼ਾ ਉੱਦਾਂ ਦੀ ਹੋਣੀ ਚਾਹੀਦੀ ਹੈ, ਸ਼ੋਕ ਦੇ ਵਿੱਚ ਉੱਦਾਂ ਦੀ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਅਤੇ ਨਾਟਕ ਸਾਡੀ ਜ਼ਿੰਦਗੀ ਦਾ ਪਰਛਾਵਾਂ ਹੈ, ਅਕਸ ਹੈ। ਸਾਡੀ ਗੱਲਬਾਤ ਆਮ ਜ਼ਿੰਦਗੀ ਵਿੱਚ ਵਿਅੰਗਾਤਮਕ, ਰਮਜ਼ੀਆਂ ਅਤੇ ਕਾਟਵੀ ਹੁੰਦੀ ਹੈ। ਉਸ ਵਿੱਚ ਛੋਟੇ ਛੋਟੇ ਪੂਰੇ ਅਤੇ ਅਧੂਰੇ ਫਿਕਰੇ ਹੁੰਦੇ ਹਨ। ਕਈ ਵਾਰ ਵਾਰਤਾਲਾਪ ਵਿੱਚ ਬਹੁਤਾ ਕੁਝ ਅਣਕਿਹਾ ਛੱਡ ਦਿੱਤਾ ਜਾਂਦਾ ਹੈ ਅਤੇ ਦਰਸ਼ਕ ਕਲਪਨਾ ਸ਼ਕਤੀ ਨਾਲ ਅਧੂਰੀ ਗੱਲ ਨੂੰ ਪੂਰੀ ਕਰਦੇ ਹਨ ਸੋਚ ਕੇ।
ਨਾਲੇ ਨਾਟਕ ਵਿੱਚ ਸੰਬੋਧਨ ਸ਼ੈਲੀ ਅਤੇ ਪ੍ਰਸ਼ਨ ਸ਼ੈਲੀ ਦੀ ਵੀ ਪ੍ਰਮੁੱਖਤਾ ਹੁੰਦੀ ਹੈ, ਕਿਉਂਕਿ ਆਪਸੀ ਪ੍ਰਸ਼ਨੋਤਰੀ ਸ਼ੈਲੀ ਵਿੱਚੋਂ ਵਾਰਤਾਲਾਪ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਵਾਰਤਾਲਾਪ ਦੇ ਕਈ ਉਦੇਸ਼ ਹਨ, ਜਿਵੇਂ ਕਿ ਉੱਪਰ ਲਿਖੇ ਹੋਏ ਆਏ ਹਨ ਕਿ ਪਾਤਰ ਉਸਾਰੀ ਵਿੱਚ ਸੰਵਾਦ ਅਤੇ ਵਾਰਤਾਲਾਪ ਖਾਸ ਤੌਰ 'ਤੇ ਲਾਭਦਾਇਕ ਸਿੱਧ ਹੁੰਦੀ ਹੈ। ਜਦੋਂ ਪਾਤਰ ਬਣਾਉਂਦੇ ਆ ਤਾਂ ਲਾਭਦਾਇਕ ਹੀ ਹੁੰਦੀ ਹੈ, ਵਾਰਤਾਲਾਪ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ। ਜਿਸ ਵੱਖ-ਵੱਖ ਪਾਤਰ ਵਾਰਤਾਲਾਪ ਵਿੱਚ ਰੁੱਝੇ ਹੋਏ ਹੁੰਦੇ ਹਨ, ਉਹ ਇੱਕ ਦੂਜੇ ਦੀਆਂ ਵਿਸ਼ੇਸ਼ਤਾਵਾਂ ਦਾ ਵੀ ਬਿਆਨ ਕਰਦੇ ਹਨ। ਮਤਲਬ ਗੱਲਾਂ ਬਾਤਾਂ ਤੋਂ ਹੀ ਆਪਾਂ ਨੂੰ ਪਾਤਰ ਦਾ ਪਤਾ ਲੱਗਦਾ, ਵਿਸ਼ੇਸ਼ਤਾ ਦਾ ਪਤਾ ਲੱਗਦਾ। ਇਸ ਤੋਂ ਇਲਾਵਾ ਵਾਰਤਾਲਾਪ ਕਥਾ ਅਤੇ ਤੰਦਾਂ ਨੂੰ ਵੀ ਠੀਕ ਹੈ ਅੱਗੇ ਤੋਰਦੇ ਨੇ। ਵਾਰਤਾਲਾਪ ਨਾਟਕ ਦੇ ਮਾਹੌਲ ਅਤੇ ਵਾਤਾਵਰਨ ਦੀ ਉਸਾਰੀ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ। ਦੇਸ਼ ਕਾਲ ਜਾਂ ਵਾਤਾਵਰਨ। ਦੇਸ਼ ਕਾਲ ਦਾ ਅਰਥ ਹੈ ਕਿ ਸਥਾਨ ਅਤੇ ਸਮੇਂ ਦੇ ਅਨੁਕੂਲ ਦ੍ਰਿਸ਼ ਚਿੱਤਰਨ। ਠੀਕ ਹੈ, ਨਾਟਕਾਂ ਵਿੱਚ ਨਾਵਲਾਂ ਦੀ ਤਰ੍ਹਾਂ ਦੇਸ਼ ਕਾਲ ਅਤੇ ਵਾਤਾਵਰਨ ਦਾ ਵਿਚਾਰ ਰੱਖਿਆ ਜਾਣਾ ਚਾਹੀਦਾ ਹੈ। ਦੇਸ਼ ਕਾਲ ਅਤੇ ਵਾਤਾਵਰਨ ਦੇ ਉਲਟ ਵੀ, ਮਤਲਬ ਜਿਵੇਂ ਹੁਣ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਮੁਗਲ ਕਾਲ ਦੀ ਉਦੋਂ ਦੀ ਗੱਲ ਹੋਵੇ ਹੈ ਨਾ, ਅਤੇ ਦੂਜੀ ਨਾ ਹੋਵੇ। ਜੇ ਨਾ ਹੋਊਗਾ ਨਾਲ ਬੇਗਾਨਗੀ ਅਤੇ ਉੱਪਰਾਪਨ ਪੈਦਾ ਹੋ ਜਾਂਦਾ, ਜੇ ਨਹੀਂ ਕਾਲ ਦੇ ਸਮੇਂ ਦੇ ਅਨੁਸਾਰ ਚੱਲਦੇ ਆਪਾਂ, ਅਤੇ ਸਾਰਾ ਦ੍ਰਿਸ਼ ਵਿਧਾਨ ਦੇ ਉਲਟ ਪੁਲਟ ਹੋ ਕੇ ਦੇਸ਼ ਕਾਲ ਦੇ ਵਿਪਰੀਤ ਚਿਤਰਿਤ ਹੋ ਜਾਂਦਾ ਹੈ। ਹਰ ਇੱਕ ਯੁੱਗ ਦੀ, ਹਰ ਇੱਕ ਦੇਸ਼ ਦੀ ਆਪਣੀ ਸੱਭਿਅਤਾ ਅਤੇ ਆਪਣੀ ਸੰਸਕ੍ਰਿਤੀ ਹੁੰਦੀ ਹੈ। ਦੇਖੋ ਮੁਗਲਾਂ ਦੀ ਗੱਲ ਕਰੀਏ ਬੱਚੇ, ਵੀ ਪੈਂਟ ਸ਼ਰਟ ਅੰਗਰੇਜ਼ੀ ਨਹੀਂ ਬੋਲ ਸਕਦੇ, ਉੱਦਾਂ ਦੀ ਹੋਊਗਾ ਤਾਂ ਹੀ ਵਧੀਆ ਲੱਗੂਗਾ ਆਪਾਂ ਨੂੰ। ਇਸ ਲਈ ਦੇਸ਼ ਕਾਲ ਦੇ ਅੰਤਰਗਤ ਨਾਟਕ ਵਿੱਚ ਕਿਸੇ ਦੇਸ਼ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ ਅਤੇ ਸੱਭਿਆਚਾਰਕ ਪਰਿਸਥਿਤੀਆਂ ਉੱਪਰ ਵਿਚਾਰ ਕਰਨੀ ਚਾਹੀਦੀ ਹੈ। ਸੋ ਬੱਚਿਓ, ਜਿਵੇਂ ਇਹਨਾਂ ਨੇ ਹੀਰ ਰਾਂਝੇ ਦੀ ਗੱਲ ਕੀਤੀ, ਆਪਾਂ ਮੁਗਲਾਂ ਦੀ ਗੱਲ ਕੀਤੀ ਵੀ ਉੱਦਾਂ ਦਾ ਹੀ ਮਾਹੌਲ ਹੋਵੇ ਹੈ ਨਾ। ਅਰਸਤੂ ਅਤੇ ਹੋਰ ਗ੍ਰੀਕ ਵਿਦਵਾਨਾਂ ਨੇ ਸਮੇਂ, ਸਥਾਨ ਅਤੇ ਕਾਰਜ ਦੀਆਂ ਵਿਭਿੰਨ ਜਿਹੜੀਆਂ ਸਿਧਾਂਤਕ ਜਿਹੜੀਆਂ ਏਕਤਾਵਾਂ ਨੇ ਉਹਨਾਂ ਨੂੰ ਪੇਸ਼ ਕੀਤਾ ਹੈ। ਉਹਨਾਂ ਨੂੰ ਦੇਸ਼ ਕਾਲ ਦੇ ਸੰਦਰਭ ਵਿੱਚ ਵਿਚਾਰਿਆ ਹੈ। ਜ਼ਾਹਰ ਹੈ ਕਿ ਨਾਟਕ ਕਲਾ ਦੇ ਪੁਰਾਤਨ ਅਤੇ ਨਵੀਨ ਸਿਧਾਂਤਕਾਰ ਦੇਸ਼ ਕਾਲ ਦੇ ਸੰਕਲਪ ਨੂੰ ਪ੍ਰਤੀ ਜਿਹੜੇ ਭਲੀ ਭਾਂਤੀ ਹਨ। ਫਲਸਰੂਪ ਦੇਸ਼ ਜਿਹੜੀ ਕਲਾ ਦਾ ਸੰਕਲਪ ਇਸ ਵਿਧਾਨਿਕ ਅਵੱਛਤਾ ਲਈ ਪ੍ਰਤੀਬੱਧ ਹੈ ਕਿ ਨਾਟਕ ਵਿੱਚ ਤਤਕਾਲੀ ਅਤੇ ਤਤ ਸਥਾਨੀ ਸਥਿਤੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਬੱਚੋ, ਅਤੇ ਇਹਦੇ ਬਾਰੇ ਆਪਾਂ ਨੂੰ ਪਤਾ ਲੱਗਿਆ। ਅਤੇ ਭਾਸ਼ਾ ਸ਼ੈਲੀ ਆ ਗਿਆ ਅੱਗੇ। ਭਾਸ਼ਾ ਸ਼ੈਲੀ ਬਹੁਤ ਵਧੀਆ ਹੈ, ਵੀ ਉੱਦਾਂ ਦੀ ਭਾਸ਼ਾ ਵਰਤਣੀ ਚਾਹੀਦੀ ਹੈ। ਮੁਹਾਵਰੇ ਹੋਣ ਅਤੇ ਵਾਕਾਂਸ਼ ਹੋਣ, ਮੌਖਿਕ ਬੋਲੀ ਹੋਵੇ ਸਮੇਂ ਦੀ, ਜਿਵੇਂ ਹੁਣ ਮੁਗਲਾਂ ਦੀ ਗੱਲ ਕੀਤੀ ਉੱਦਾਂ ਦੀ ਬੋਲੀ ਹੋਵੇ। ਠੀਕ ਹੈ, ਅਤੇ ਉਸ ਤੋਂ ਬਾਅਦ ਸ਼ਬਦ ਵੀ ਵਧੀਆ ਹੋਣ, ਚਮਤਕਾਰੀ ਹੋਣ, ਬੜੇ ਵਧੀਆ ਹੋਣ। ਅਤੇ ਨਾਟਕ ਨੇ ਭਾਸ਼ਾ ਦੀ ਵਰਤੋਂ ਅਤੇ ਵਾਰਤਾਲਾਪ ਨੇ ਜਿਹੜੇ ਉਹਨਾਂ ਨੂੰ ਸਿਰਜਣ ਲਈ ਉੱਦਾਂ ਦੀ ਹੋਣੀ ਚਾਹੀਦੀ, ਜਿੱਦਾਂ ਦੇ ਆਪਣੇ ਵਾਰਤਾਲਾਪ ਨੇ, ਪਾਤਰ ਨੇ, ਅਤੇ ਉੱਦਾਂ ਦੀ ਹੀ ਭਾਸ਼ਾ ਇਹਨਾਂ ਦੀ ਵਰਤਣੀ ਚਾਹੀਦੀ ਹੈ। ਠੀਕ ਹੈ ਬੱਚੋ। ਫਿਰ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਨਾਟਕਕਾਰ ਨਾਟਕ ਵਿੱਚ ਸਿੱਧੇ ਤੌਰ 'ਤੇ ਸ਼ਾਮਿਲ ਨਹੀਂ ਹੋ ਸਕਦਾ, ਇਸ ਕਰਕੇ ਨਾਟਕਕਾਰ ਦੀ ਸਮੁੱਚੀ ਸਫਲਤਾ ਉਸਦੀ ਭਾਸ਼ਾ ਦੀ ਚੋਣ ਹੈ। ਬਹੁਤ ਸੋਚ ਸਮਝ ਕੇ ਉਹਨਾਂ ਨੂੰ ਚੋਣ ਕਰਨੀ ਚਾਹੀਦੀ ਹੈ, ਜਿਹੋ ਜਿਹੇ ਪਾਤਰ ਹੋਣ ਉਹੀ ਜਿਹੀ ਭਾਸ਼ਾ ਹੋਵੇ। ਠੀਕ ਹੈ ਨਾ, ਇਹ ਨਹੀਂ ਹੈਗਾ ਵੀ ਮੁਗਲਾਂ ਤੋਂ ਆਪਾਂ ਅੰਗਰੇਜ਼ੀ ਬੁਲਵਾਈ ਜਾਈਏ। ਇਸ ਲਈ ਉਹੀ ਸ਼ਬਦ ਵਰਤਣੇ ਉਚਿਤ ਹਨ ਜੋ ਸੰਬੰਧਿਤ ਪਾਤਰਾਂ ਦੇ ਅਨੁਸਾਰ ਹੋਣ। ਠੀਕ ਹੈ, ਦਿਲ ਨੂੰ ਟੁੰਬਦੇ ਹੋਣ, ਰੌਚਕ ਹੋਣ। ਰੰਗਮੰਚ ਅਤੇ ਅਭਿਨੈ। ਨਾਟਕ ਅਜਿਹੀ ਮਿਸ਼ਰਿਤ ਕਲਾ ਹੈ ਜਿਸ ਦਾ ਸੰਬੰਧ ਸਾਹਿਤ ਨਾਲ ਵੀ ਹੈ ਅਤੇ ਰੰਗਮੰਚ ਨਾਲ ਵੀ। ਨਾਟਕ ਦੀ ਸੰਪੂਰਨਤਾ ਜਿਹੜੀ ਰੰਗਮੰਚ ਉੱਤੇ ਪੇਸ਼ ਹੋਣ ਉਪਰੰਤ ਹੀ ਹੁੰਦੀ ਹੈ। ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਜਿੱਥੇ ਹੋਰ ਸਾਹਿਤਕ ਰੂਪ ਕੇਵਲ ਸ਼ਬਦਾਂ ਰਾਹੀਂ ਜੀਵਨ ਸੱਚ ਦੀ ਵਿਆਖਿਆ ਕਰਦੇ ਹਨ, ਉੱਥੇ ਨਾਟਕ ਪਾਤਰਾਂ ਦੀ ਕਲਾਤਮਿਕਤਾ, ਰੰਗਮੰਚ ਦੀ ਸਜਾਵਟ ਆਦਿ ਅਨੇਕਾਂ ਸਾਧਨਾਂ ਉੱਤੇ ਨਿਰਭਰ ਕਰਦਾ ਹੈ। ਇੱਕ ਸਫਲ ਨਾਟਕਕਾਰ ਰੰਗਮੰਚ ਨੂੰ ਧਿਆਨ ਵਿੱਚ ਰੱਖ ਕੇ ਹੀ ਨਾਟਕ ਸਿਰਜਦਾ ਹੈ। ਉਹ ਆਪਣੇ ਨਾਟਕ ਦੇ ਕਥਾ ਵਸਤੂ ਵਿੱਚ ਅਜਿਹੇ ਤੱਤ ਸ਼ਾਮਿਲ ਨਹੀਂ ਕਰਦਾ ਜਿਨ੍ਹਾਂ ਨੂੰ ਰੰਗਮੰਚ ਉੱਤੇ ਸਾਕਾਰ ਕਰਨਾ ਸੰਭਵ ਨਾ ਹੋਵੇ। ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕੋਈ ਇੱਦਾਂ ਦਾ ਹੋਵੇ ਜਿਹੜਾ ਕਿ ਆਪਾਂ ਸਟੇਜ ਦੇ ਉੱਪਰ ਪੇਸ਼ ਹੀ ਨਾ ਕਰ ਸਕਦੇ ਹੋਈਏ। ਰੌਸ਼ਨੀ, ਸੰਗੀਤ ਅਤੇ ਆਵਾਜ਼ ਆਧੁਨਿਕ ਰੰਗਮੰਚ ਦਾ ਅਹਿਮ ਅੰਗ ਹਨ। ਠੀਕ ਹੈ, ਇਹ ਨਾਟਕ ਦੀ ਪੇਸ਼ਕਾਰੀ ਨੂੰ ਯਥਾਰਥਕ ਰੰਗਣ ਦੇਣ ਵਿੱਚ ਅਤੇ ਨਾਟਕ ਦੇ ਪ੍ਰਭਾਵ ਨੂੰ ਤਿੱਖਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤੀ ਵਿਦਵਾਨਾਂ ਨੇ ਅਭਿਨੈ ਕਲਾ ਨੂੰ ਹੀ ਨਾਟਕ ਦਾ ਤੱਤ ਸਵੀਕਾਰ ਕੀਤਾ ਹੈ। ਅਭਿਨੈ ਐਕਟਿੰਗ ਨਕਲ ਜਾਂ ਅਨੁਕਰਨ ਹੈ। ਅਭਿਨੈ ਨਾਟਕ ਦੀ ਜੋ ਵਸਤੂ ਹੁੰਦੀ ਹੈ ਨਾ, ਉਸ ਦੀ ਅਭਿਵਿਅਕਤੀ ਦਾ ਨਾਂ ਹੈ। ਅਭਿਨੈ ਨੂੰ ਚਾਰ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ: ਆਂਗਿਕ, ਵਾਚਿਕ, ਸਾਤਵਿਕ ਅਤੇ ਆਹਾਰੀਆ। ਠੀਕ ਹੈ, ਅੰਗਾਂ ਨਾਲ ਕੀਤਾ ਗਿਆ ਅਭਿਨੈ ਆਂਗਿਕ ਹੈ। ਵਾਚਿਕ ਅਭਿਨੈ ਹੁੰਦਾ ਹੈ ਜੋ ਵਚਨਾਂ ਅਤੇ ਬੋਲਾਂ ਦੇ ਨਾਲ।
ਮੁੜਕਾ, ਕੰਬਣੀ, ਹੰਝੂ ਕੇਰਨਾ ਆਦਿ ਐਕਟਿੰਗ ਦੇ ਸਾਤਵਿਕ ਹਨ ਅਤੇ ਪਹਿਨ ਪੁਸ਼ਾਕ, ਵਸਤਰ, ਗਹਿਣੇ ਅਤੇ ਹੋਰ ਹਾਰ ਸ਼ਿੰਗਾਰ ਦੀ ਜਿਹੜੀ ਨਕਲ ਕਰਨੀ ਹਾਰੇ ਹੈ, ਠੀਕ ਹੈ ਨਾ, ਅਭਿਨੇ ਹੈ। ਨਾਟਕ ਦੀ ਰੰਗਮੰਚ ਉੱਤੇ ਪੇਸ਼ਕਾਰੀ ਵਿੱਚ ਨਿਰਦੇਸ਼ਕ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਸਲ ਵਿੱਚ ਇੱਕ ਚੰਗਾ ਨਿਰਦੇਸ਼ਕ ਹੀ ਨਾਟਕ ਅਤੇ ਲਿਖਤ ਨੂੰ ਸਾਹਿਤਕ ਰੂਪ ਵਿੱਚ ਰੰਗਮੰਚ ਦੀ ਸੁਘੜ ਜੁਗਤਾਂ ਨਾਲ ਜਿਉਣ ਜੋਗਾ ਬਣਾ ਦਿੰਦਾ, ਠੀਕ ਹੈ, ਜਿਹੜੀਆਂ ਸੁਘੜ ਜੁਗਤਾਂ ਦੇ ਨਾਲ। ਜਿਵੇਂ ਆਪਾਂ ਨਹੀਂ ਕਹਿੰਦੇ ਵੀ ਇਹ ਫਿਲਮ ਦਾ ਇਹ ਨਿਰਦੇਸ਼ਕ ਹੈ ਬੜਾ ਸੋਹਣਾ, ਇਹਨੇ ਸਾਰਾ ਕੁਝ ਚਲਾਇਆ ਵੀ ਕਿੱਦਾਂ, ਕਦੋਂ ਕਿਹੜਾ ਪਾਤਰ ਆਏਗਾ, ਕਿਹੜਾ ਡਾਇਲਾਗ ਬੋਲੇਗਾ, ਪਿੱਛੇ ਕਿਸ ਤਰ੍ਹਾਂ ਦਾ ਹੋਏਗਾ, ਸਾਰਾ ਕੁਝ ਰੰਗਮੰਚ, ਠੀਕ ਹੈ। ਰਸ ਤੇ ਕਥਾਰਸਿਸ, ਠੀਕ ਹੈ। ਨਾਟਕ ਲਈ ਸੰਸਕ੍ਰਿਤਿਕ ਜਿਹੜੇ ਨਾਟ ਸ਼ਕਤੀਆਂ ਨੇ ਰਸ ਦੀ ਯੋਜਨਾ ਉੱਤੇ ਬਹੁਤ ਬਲ ਦਿੱਤਾ ਹੈ। ਰਸ ਇੱਕ ਸਾਹਿਤਿਕ ਸਵਾਦ ਹੈ। ਰਸ ਕੀ ਹੁੰਦਾ ਬੱਚਿਓ? ਰਸ ਦਾ ਮਤਲਬ ਵੀ ਜਿਹੜੀ ਗੱਲ ਚੱਲ ਰਹੀ ਹੈ ਆਪਣੇ ਅੰਦਰ ਉਹ ਕਿਹੋ ਜਿਹਾ ਪ੍ਰਭਾਵ ਪਾਉਂਦੀ ਹੈ, ਅਤੇ ਸੰਸਕ੍ਰਿਤ ਦੇ ਵਿੱਚ ਇਹਦਾ ਬਹੁਤ ਮਾਣ ਹੈ, ਠੀਕ ਹੈ। ਨਾਟਕ ਦਾ ਉਦੇਸ਼ ਜਿੱਥੇ ਨੈਤਿਕ, ਸਮਾਜਿਕ ਜਾਂ ਮਾਨਵੀ ਹੋ ਸਕਦਾ ਹੈ, ਉੱਥੇ ਇਸ ਦਾ ਉਦੇਸ਼ ਰਸ ਅਤੇ ਰਸਾਤਮਿਕ ਸਵਾਦ ਪ੍ਰਦਾਨ ਕਰਨਾ ਵੀ ਹੁੰਦਾ ਹੈ। ਰਸ ਨਾਲ ਮਿਲਦਾ ਜੁਲਦਾ ਅਰਸਤੂ ਦਾ ਜਿਹੜਾ ਕਥਾਰਸਿਸ ਹੈ ਉਹ ਸਿਧਾਂਤ ਹੈ। ਆਪਣਾ ਰਸ ਹੋ ਗਿਆ ਅਤੇ ਕਥਾਰਸਿਸ ਹੋ ਗਿਆ। ਕਥਾਰਸਿਸ ਯੂਨਾਨੀ ਗ੍ਰੀਕ ਸ਼ਬਦ ਹੈ ਜਿਸ ਨੂੰ ਵਿਰੇਚਨ ਭਾਵ ਮੁਕਤੀ ਜਾਂ ਸ਼ੁੱਧੀਕਰਨ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਦੀ ਲਿਟਰੇਰੀ ਗਲਾਸਰੀ ਵਿੱਚ ਕਥਾਰਸਿਸ ਨੂੰ ਰਸਾਤਮਿਕ ਸਵਾਦ ਕਿਹਾ ਜਾ ਸਕਦਾ ਹੈ ਜੋ ਨਾਟਕ ਤੇ ਅਭਿਨੈ ਰਾਹੀਂ ਪ੍ਰਾਪਤ ਹੋ ਸਕਦਾ ਹੈ। ਕਈ ਵਿਦਵਾਨ ਕਥਾਰਸਿਸ ਦਾ ਮਤਲਬ ਤਰਸ ਤੇ ਭੈ ਦੇ ਵਧੇ ਹੋਏ ਭਾਵਾਂ ਤੋਂ ਮੁਕਤੀ ਲੈਂਦੇ ਹਨ, ਠੀਕ ਹੈ ਨਾ, ਜਿਸ ਨਾਲ ਦਰਸ਼ਕਾਂ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਉਹ ਕਰੁਣਾ ਤੇ ਭੈ ਦੀ ਪਕੜ ਤੋਂ ਝੱਟ ਬਿੰਦ ਲਈ ਮੁਕਤ ਹੋ ਜਾਂਦੇ ਹਨ, ਠੀਕ ਹੈ। ਉਦੇਸ਼ ਦੇਖਦੇ ਹਾਂ ਬੱਚਿਓ। ਹਰ ਇੱਕ ਸਾਹਿਤ ਰੂਪ ਦਾ ਮੁੱਖ ਉਦੇਸ਼ ਜੀਵਨ ਦੀ ਵਿਆਖਿਆ ਕਰਨਾ ਹੁੰਦਾ ਹੈ। ਨਾਟਕਕਾਰ ਵੀ ਕਿਸੇ ਉਦੇਸ਼ ਦੀ ਪੂਰਤੀ ਹਿੱਤ ਨਾਟਕ ਦੀ ਸਿਰਜਣਾ ਕਰਦਾ ਹੈ। ਵੀ ਨਾਟਕ ਕਿਉਂ ਸਿਰਜੇ ਜਾਂਦੇ ਨੇ? ਕਲਾ ਸਮਾਜ ਲਈ ਸਿਧਾਂਤ ਨੂੰ ਮੰਨਣ ਵਾਲੇ ਵਿਦਵਾਨ ਉਹਨਾਂ ਨਾਟਕਾਂ ਨੂੰ ਸਰਵੋਤਮ ਮੰਨਦੇ ਹਨ ਜਿਹੜੇ ਮਨੁੱਖੀ ਜ਼ਿੰਦਗੀ ਨੂੰ ਕੋਈ ਸੇਧ ਦਿੰਦੇ ਹਨ। ਸਮਾਜਿਕ ਬੁਰਾਈਆਂ ਸੰਬੰਧੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਾਟਕ ਇੱਕ ਸਰਵੋਤਮ ਸਾਧਨ ਹਨ। ਕਲਾ ਲਈ ਸਿਧਾਂਤ ਨੂੰ ਮੰਨਣਾ, ਠੀਕ ਹੈ ਨਾ, ਜਾਂ ਵਿਦਵਾਨ ਜਿਹੜੇ ਹੈਗੇ ਨੇ ਦਰਸ਼ਕਾਂ ਨੂੰ ਆਨੰਦ ਲੈਣ ਅਤੇ ਉਹਨਾਂ ਦੀ ਸੋਹਜ ਤ੍ਰਿਪਤੀ ਕਰਨ ਲਈ ਇਹਨਾਂ ਦਾ ਉਹ ਕਰਦੇ ਨੇ, ਠੀਕ ਹੈ ਨਾ। ਨਾਟਕ ਨੂੰ ਉਦੇਸ਼ ਮੰਨਿਆ ਜਾਂਦਾ ਹੈ। ਇਹ ਵੀ ਸੱਚਾਈ ਹੈ ਕਿ ਉਦੇਸ਼ ਵੀ ਹੋਣਾ ਨਾਟਕ, ਜਿਹਦਾ ਕੋਈ ਉਦੇਸ਼ ਹੀ ਨਾ ਹੋਵੇ ਵਧੀਆ ਹੀ ਨਹੀਂ ਲੱਗਣਾ ਬੱਚਿਓ। ਹਰ ਕਿਸੇ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਨਾ, ਇਸ ਲਈ ਉਦੇਸ਼ ਬਹੁਤ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਅਤੇ ਨਾਟਕਾਂ ਦਾ ਵਰਗੀਕਰਨ ਕਰਦੇ ਹਾਂ। ਜਿੱਦਾਂ ਆਪਾਂ ਕਵਿਤਾ ਪੜ੍ਹੀ ਸੀ ਨਾ, ਕਵਿਤਾ ਕਿੰਨੇ ਪ੍ਰਕਾਰ ਦੀ ਅਤੇ ਨਾਟਕ ਕਿੰਨੇ ਪ੍ਰਕਾਰ ਦੇ ਨੇ। ਵਿਸ਼ੇ ਅਨੁਸਾਰ ਵਰਗੀਕਰਨ ਅਤੇ ਪ੍ਰਭਾਵ ਅਨੁਸਾਰ। ਵਿਸ਼ੇ ਅਨੁਸਾਰ ਵਰਗੀਕਰਨ ਕਰਦੇ ਸਮੇਂ ਨਾਟਕ ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿੰਨੀ ਪ੍ਰਕਾਰ ਦੇ ਵਿਸ਼ੇ ਸੰਭਵ ਹੋਣ ਉਨੀ ਪ੍ਰਕਾਰ ਦੇ ਹੀ ਨਾਟਕ ਹੋ ਸਕਦੇ ਹਨ। ਵਿਸ਼ੇ ਜਿੰਨੇ ਵੀ ਹੋ ਸਕਦੇ ਨੇ, ਪੁਰਾਣਿਕ ਹੋ ਸਕਦੇ ਨੇ, ਇਤਿਹਾਸਿਕ ਹੋ ਸਕਦੇ ਨੇ, ਸਮਾਜਿਕ ਹੋ ਸਕਦੇ ਨੇ, ਧਾਰਮਿਕ ਹੋ ਸਕਦੇ ਨੇ, ਰਾਜਨੀਤਿਕ ਹੋ ਸਕਦੇ ਨੇ, ਵੰਡਿਆ ਜਾਂਦਾ ਨਾ। ਅਤੇ ਆਧੁਨਿਕ ਯੁੱਗ ਵਿੱਚ ਊਟ ਪਟਾਂਗ ਵਿਸ਼ਿਆਂ ਬਾਰੇ ਵੀ ਨਾਟਕ ਲਿਖੇ ਜਾ ਸਕਦੇ ਨੇ। ਇਹਨਾਂ ਨੂੰ ਕੀ ਕਿਹਾ ਜਾਂਦਾ? ਐਬਸਰਡ ਕਿਹਾ ਜਾਂਦਾ ਇਹਨਾਂ ਨੂੰ, ਠੀਕ ਹੈ ਨਾ, ਜਿਹੜੇ ਊਟ ਪਟਾਂਗ ਹੁੰਦੇ ਨੇ। ਨਾਟਕ ਦੇ ਪ੍ਰਭਾਵ ਅਨੁਸਾਰ ਇਸ ਦੇ ਦੋ ਮੁੱਖ ਵਰਗ ਮੰਨੇ ਜਾਂਦੇ ਹਨ, ਦੁਖਾਂਤ ਅਤੇ ਸੁਖਾਂਤ, ਠੀਕ ਹੈ। ਦੁਖਾਂਤ ਅੰਗਰੇਜ਼ੀ ਦੇ ਟ੍ਰੈਜਡੀ ਦਾ ਪੰਜਾਬੀ ਰੂਪਾਂਤਰਣ ਹੈ। ਦੁਖਾਂਤ ਨਾਟਕ ਦਾ ਇੱਕ ਮਹੱਤਵਪੂਰਨ ਜਿਹੜੀ ਵੰਨਗੀ ਹੈ ਜਿਸ ਨੂੰ ਵੇਖ ਕੇ ਦਰਸ਼ਕ ਸੋਝ ਸੁਆਦ ਵੀ ਮਾਣਦੇ ਹਨ ਅਤੇ ਸਧਾਰਨੀਕਰਨ ਪ੍ਰਕਿਰਿਆ ਰਾਹੀਂ ਮਨ ਦੇ ਅੰਦਰਲੇ ਦੋਸ਼ਾਂ ਤੋਂ ਵੀ ਮੁਕਤ ਹੁੰਦੇ ਹਨ। ਅਰਸਤੂ ਨੇ ਦੁਖਾਂਤ ਨਾਟਕ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਹੈ। ਯੂਨਾਨੀ ਨਾਟਕਾਂ ਦਾ ਪ੍ਰਭਾਵ ਦੁਖਾਂਤਕ ਹੈ। ਬੱਚੇ ਉੱਧਰ ਨਾਟਕ ਦੁਖਾਂਤਕ ਨੇ। ਦੁਖਾਂਤਕ ਮਤਲਬ ਜਿਹੜੇ ਸੈਡ ਹੁੰਦੇ ਨੇ, ਉਦਾਸੀ ਵਾਲੇ ਹੁੰਦੇ ਨੇ ਨਾ। ਆਪਾਂ ਦੇਖਦੇ ਹਾਂ ਵੀ ਕੋਈ ਗਰੀਬ ਹੈ, ਉਹਦੀ ਬਹੁਤ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਈਆਂ ਨੇ, ਕਿਵੇਂ ਉਹਨਾਂ ਨੇ ਕੀਤਾ, ਵੀ ਦੁਖਾਂਤਕ ਹੁੰਦੇ ਨੇ ਜਿਹੜੇ, ਹੈ ਨਾ। ਆਪਾਂ ਨਹੀਂ ਦੇਖਦੇ ਵੀ ਕਿਸੇ ਫਿਲਮ ਦਾ ਅੰਤ ਤਾਂ ਦੁਖਾਂਤਕ ਹੁੰਦਾ, ਰੋਣ ਧੋਣ ਵਾਲਾ। ਕਿਸੇ ਦਾ ਸੁਖਾਂਤਕ ਹੁੰਦਾ ਵੀ ਹੀਰੋ ਮਰਿਆ ਹੋਇਆ, ਹੀਰੋ ਜਿਉਂਦਾ ਹੋ ਜਾਂਦਾ, ਉਹ ਸੁਖਾਂਤਕ ਹੁੰਦੇ ਨੇ। ਭਾਰਤੀ ਨਾਟਕ ਬੱਚੇ ਸੁਖਾਂਤਕ ਨੇ, ਉੱਧਰਲੇ ਜ਼ਿਆਦਾ ਦੁਖਾਂਤਕ ਨੇ, ਠੀਕ ਹੈ ਨਾ। ਇਹਨਾਂ ਨਾਟਕਾਂ ਦਾ ਅੰਤ ਸੁਖਦ ਹੁੰਦਾ ਹੈ, ਸੁੱਖ ਵਾਲਾ ਹੁੰਦਾ ਹੈ, ਮਤਲਬ ਵਧੀਆ ਗੱਲਾਂ ਨਾਲ ਅੰਤ ਹੁੰਦਾ ਇਹਦਾ, ਸਾਰੇ ਮਿਲ ਜਾਂਦੇ ਨੇ, ਦੁੱਖ ਦੂਰ ਹੋ ਜਾਂਦੇ ਨੇ ਨਾ। ਸੁਖਾਂਤ ਦਾ ਕੰਮ ਦਰਸ਼ਕਾਂ ਦੇ ਮਨ ਵਿੱਚ ਕੋਈ ਗੰਭੀਰ ਭਾਵ ਜਗਾਉਣਾ ਨਹੀਂ, ਸਗੋਂ ਖੁਸ਼ ਕਰਨਾ ਹੁੰਦਾ ਹੈ। ਸੁਖਾਂਤ ਅਤੇ ਦੁਖਾਂਤ ਦੀਆਂ ਕਿਸਮਾਂ ਵਿੱਚ ਪ੍ਰੈਸਨ, ਮੈਲੋਡਰਾਮਾ, ਸਵਾਂਗ, ਪੈਂਟੋਮਾਈਮ, ਬੈਲੇ, ਓਪੇਰਾ, ਰੇਡੀਓ ਨਾਟਕ, ਨੁੱਕੜ ਨਾਟਕ ਆਦਿ ਸ਼ਾਮਲ ਹਨ। ਆਧੁਨਿਕ ਸਮੇਂ ਵਿੱਚ ਟੈਲੀਵਿਜ਼ਨ ਨਾਟਕਾਂ ਦੀ ਵਧੇਰੇ ਚੜ੍ਹਤ ਹੋ ਰਹੀ ਹੈ, ਠੀਕ ਹੈ ਨਾ। ਅਤੇ
ਫਿਰ ਆਪਾਂ ਅੰਤ ਦੇ ਵਿੱਚ ਦੇਖਦੇ ਹਾਂ ਬੱਚੋ ਪੰਜਾਬੀ ਨਾਟਕ ਪਰੰਪਰਾ ਦੇਖਦੇ ਹਾਂ ਆਪਾਂ। ਪੰਜਾਬੀ ਦਾ ਜਿਹੜਾ ਨਾਟਕ ਸਾਹਿਤ ਪੱਛਮੀ ਨਾਟਕ ਕਲਾ ਦੇ ਅਸਰ ਹੇਠ ਹੀ ਉਦੇ ਹੋਇਆ ਹੈ, ਪੱਛਮੀ ਨਾਟਕ ਕਲਾ ਦੇ, ਠੀਕ ਹੈ ਨਾ। ਡਾਕਟਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਸ਼੍ਰੀਮਤੀ ਨੌਰਾ ਰਿਚਰਡ ਪੰਜਾਬੀ ਨਾਟਕ ਦੀ ਮਾਂ ਹੈ। ਇਹ ਪ੍ਰਸ਼ਨ ਆ ਸਕਦਾ ਬੱਚੋ, ਨੌਰਾ ਰਿਚਰਡ, ਠੀਕ ਹੈ, ਉਹਨਾਂ ਨੇ ਸ਼ੁਰੂ ਕੀਤਾ ਸੀ, ਨੌਰਾ ਰਿਚਰਡਸ, ਠੀਕ ਹੈ, ਜਿਸ ਦੀ ਪ੍ਰੇਰਨਾ ਨਾਲ ਹੀ ਆਈ.ਸੀ. ਨੰਦਾ ਨੇ ਪਹਿਲਾ ਸੁਭੱਦਰਾ ਨਾਟਕ ਲਿਖਿਆ ਸੀ। ਇਹ ਵੀ ਆ ਸਕਦਾ, ਪਹਿਲਾ ਨਾਟਕ ਕਿਹੜਾ ਸੀ? ਸੁਭੱਦਰਾ। ਪੰਜਾਬੀ ਨਾਟਕ ਵਿੱਚ ਸੰਸਕ੍ਰਿਤ ਨਾਟਕ ਦੇ ਤੱਤ ਵੀ ਪ੍ਰਵੇਸ਼ ਹੋਏ ਹਨ, ਪਰ ਪ੍ਰੇਰਨਾ ਬਿੰਦੂ ਅੰਗਰੇਜ਼ੀ ਨਾਟ ਪਰੰਪਰਾ ਵਿੱਚ ਹੀ ਹਨ। ਕਈ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਦੇ ਰਚਿਤ ਬਚਿੱਤਰ ਨਾਟਕ ਤੇ ਹਿਰਦੇ ਰਾਮ ਨੂੰ ਹਨੂਮਾਨ ਨਾਟਕ ਨੂੰ, ਹਿਰਦੇ ਰਾਮ ਦੇ ਜਿਹੜੇ ਹਨੂਮਾਨ ਨਾਟਕ ਨੂੰ ਪੰਜਾਬੀ ਦੇ ਪ੍ਰਥਮ ਨਾਟਕ ਕਹਿੰਦੇ ਹਨ, ਪਰ ਇਹ ਕਵਿਤਾ ਦੇ ਜ਼ਿਆਦਾ ਨੇੜੇ ਹਨ। ਨਾਟਕ ਦਾ ਸਹੀ ਸਰੂਪ ਆਈ.ਸੀ. ਨੰਦਾ, ਹਰਚਰਨ ਸਿੰਘ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਫੁੱਲ ਆਦਿ ਦੇ ਨਾਟਕਾਂ ਵਿੱਚ ਮਿਲਦਾ ਹੈ। ਇਸ ਤੋਂ ਪਿੱਛੋਂ ਸੁਰਜੀਤ ਸਿੰਘ ਸੇਠੀ, ਰੌਸ਼ਨ ਲਾਲ ਅਹੂਜਾ, ਕਪੂਰ ਸਿੰਘ ਘੁੰਮਣ, ਅਜਮੇਰ ਸਿੰਘ ਔਲਖ, ਪ੍ਰੀਤੋਸ਼ ਗਾਰਗੀ, ਗੁਰਸ਼ਰਨ ਸਿੰਘ, ਰਵਿੰਦਰ ਰਵੀ, ਗੁਰਦਿਆਲ ਸਿੰਘ ਖੋਸਲਾ, ਗੁਰਚਰਨ ਸਿੰਘ ਜਸੂਜਾ, ਚਰਨਦਾਸ ਸਿੱਧੂ, ਡਾਕਟਰ ਆਤਮਜੀਤ, ਜਿਵੇਂ ਡਾਕਟਰ ਭੁਪਿੰਦਰ ਪਾਲੀ ਨੇ ਪੰਜਾਬੀ ਵਿੱਚ ਨਾਟਕ ਲਿਖੇ ਹਨ, ਠੀਕ ਹੈ ਬੱਚੋ। ਇਹ ਸਾਰਾ ਕੁਝ ਸੀ। ਤੁਹਾਨੂੰ ਕਈ ਗੱਲਾਂ ਐਸੀਆਂ ਲੱਗੀਆਂ ਹੋਣੀਆਂ, ਤੁਹਾਨੂੰ ਲੱਗਿਆ ਹੋਣਾ ਵੀ ਜ਼ਰੂਰਤ ਨਹੀਂ ਹੈ, ਪਰ ਤੁਸੀਂ ਧਿਆਨ ਨਾਲ ਸੁਣਿਓ। ਅਤੇ ਬਸ ਆਪਾਂ ਗੱਲ ਕੀਤੀ ਹੈ ਵੀ ਨਾਟਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਅਤੇ ਨਾਟਕਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਕਹਾਣੀ ਹੋਣੀ ਚਾਹੀਦੀ ਹੈ, ਨਾਟਕ ਦੇ ਜਿਹੜੇ ਪਾਤਰ ਹੋਣੇ ਚਾਹੀਦੇ ਨੇ, ਵਾਰਤਾਲਾਪ ਸਹੀ ਹੋਣੇ ਚਾਹੀਦੇ ਨੇ, ਭਾਸ਼ਾ ਸਹੀ ਵਰਤੀ ਹੋਣੀ ਚਾਹੀਦੀ ਹੈ, ਰੰਗਮੰਚ ਵੀ ਜ਼ਰੂਰੀ ਹੈ, ਸਟੇਜ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸਾਰਾ ਕੁਛ ਜਦੋਂ ਸੁਣੋਗੇ ਨਾ ਬੱਚੋ, ਤੁਹਾਨੂੰ ਇੱਕ ਵਾਰ ਔਖਾ ਲੱਗੇਗਾ, ਪਰ ਬਾਅਦ ਦੇ ਵਿੱਚ ਤੁਹਾਨੂੰ ਸੌਖਾ ਲੱਗੇਗਾ, ਠੀਕ ਹੈ ਨਾ। ਸੋ ਪੜ੍ਹਿਆ ਕਰੋ, ਦੇਖਿਆ ਕਰੋ ਨਾਟਕ, ਠੀਕ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ।